ਸਵਾਗਤ ਹੈ ਜੀ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ। ਇਨਵੈਸਟਮੈਂਟ ਸਮਿਟ 2015 ਮੁਕੰਮਲ ਹੋ ਚੁੱਕੀ ਹੈ ਔਰ ਇਸ ਇਨਵੈਸਟਮੈਂਟ ਸਮਿਟ ਦਾ ਗਵਾਹ ਬਣੇ ਨੇ ਦੇਸ਼ ਭਰ ਤੋਂ ਸਨਅਤਾਂ ਦੇ ਸਰਦਾਰ, ਕੈਪਟਨਸ ਆਫ ਦਾ ਇੰਡਸਟਰੀ, ਜੋ ਇਸ ਸਮਿਟ ਦਾ ਸ਼ਿੰਗਾਰ ਬਣੇ ਨੇ ਔਰ ਜਿਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਪਾਲਿਸੀਜ਼ ਨੂੰ ਪੜ੍ਹਿਆ, ਸੁਣਿਆ ਤੇ ਉਹਨਾਂ ਦੀ ਤਰਜਮਾਨੀ ਕੀਤੀ ਹੈ ਇਸ ਸਮਿਟ ਦਾ ਹਿੱਸਾ ਬਣ ਕੇ ਔਰ ਇਹਨਾਂ ਵਾਅਦਿਆਂ ਦੇ ਨਾਲ ਕਿ ਅਗਲੇ ਦਿਨਾਂ ਦੇ ਵਿੱਚ ਉਹ ਪੰਜਾਬ ਦੀ ਇੰਡਸਟਰੀ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਪੂਰੀ ਸਮਿਟ ਦੇ ਦੌਰਾਨ ਇੱਕ ਚੀਜ਼ ਦਾ ਜ਼ਿਕਰ ਵਾਰ-ਵਾਰ ਹੋਇਆ, ਹਰ ਕਿਸੇ ਨੇ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਇੰਡਸਟਰੀ ਮਿਨਿਸਟਰ ਔਰ ਜਿੰਨੇ ਵੀ ਕੈਪਟਨਸ ਆਫ ਦਾ ਇੰਡਸਟਰੀ ਇਸ ਸਮਿਟ ਦਾ ਹਿੱਸਾ ਬਣੇ ਸੀ, ਉਹਨਾਂ ਨੇ ਇੱਕ ਚੀਜ਼ ਦਾ ਜ਼ਿਕਰ ਵਾਰ-ਵਾਰ ਇਸ ਸਮਿਟ ਦੇ ਦੌਰਾਨ ਕੀਤਾ ਤੇ ਉਹ ਗੱਲ ਹੈ ਵਨ ਆਫਿਸ, ਵਨ ਮੈਨ, ਵਨ ਈਮੇਲ ਐਂਡ ਵਨ ਟੈਲੀਫੋਨ ਨੰਬਰ। ਔਰ ਉਹ ਵਨ ਮੈਨ ਨੇ ਮਿਸਟਰ ਅਨਿਰੁੱਧ ਤਿਵਾਰੀ, ਇਨਵੈਸਟ ਪੰਜਾਬ ਦੇ CEO, ਇਸ ਵੇਲੇ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਮੌਜੂਦ ਨੇ। ਤਿਵਾਰੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਐਂਡ ਫਸਟ ਆਫ ਆਲ ਮੈਨੀ ਕੰਗ੍ਰੈਚੁਲੇਸ਼ਨਸ ਟੂ ਯੂ ਇਹ ਸਮਿਟ ਆਰਗੇਨਾਈਜ਼ ਕਰਨ ਦੇ ਲਈ। ਤੁਹਾਡੇ ਸ਼ਬਦਾਂ ਦੇ ਵਿੱਚ ਇਸ ਸਮਿਟ ਦਾ ਆਊਟਕਮ ਕੀ ਹੈ? ਦੇਖੋ, ਇਸ ਸਮਿਟ ਮੇਰੇ ਹਿਸਾਬ ਨਾਲ ਬਹੁਤ ਹੀ ਇੰਪੋਰਟੈਂਟ ਲੈਂਡਮਾਰਕ ਰਹੇਗਾ ਪੰਜਾਬ ਦੀ ਇੰਡਸਟਰੀਅਲ ਡਿਵੈਲਪਮੈਂਟ ਲਈ, ਬਿਕੋਜ਼ ਜਿਹੜੀ ਅਸੀਂ ਪਹਿਲੀ ਵਾਰ ਸਮਿਟ ਕੀਤੀ ਸੀਗੀ ਦਸੰਬਰ 2013 ਵਿੱਚ, ਉਸ ਤੋਂ ਬਾਅਦ ਹੁਣ ਜਿਹੜੀ ਸਾਨੂੰ ਐਂਡੋਰਸਮੈਂਟ ਮਿਲੀ ਹੈ ਸਾਰੀ ਇੰਡਸਟਰੀ ਤੋਂ, ਉਹ ਸਾਡੇ ਲਈ ਇੱਕ ਬਹੁਤ ਇਨਕਰੇਜਮੈਂਟ ਦਾ ਵਿਸ਼ਾ ਹੈ। ਨਾਟ ਓਨਲੀ ਜੋ ਪੰਜਾਬ ਸਰਕਾਰ ਦੀਆਂ ਪਾਲਿਸੀਜ਼ ਸੀ, ਜੋ ਅਸੀਂ ਸਿਸਟਮ ਸੈਟਅਪ ਕੀਤੇ ਸੀ, ਉਹਨਾਂ ਨੂੰ ਐਂਡੋਰਸ ਕੀਤਾ ਉਹਨਾਂ ਨੇ, ਬਟ ਉਹਨਾਂ ਨੇ ਆਪਣਾ ਫੇਥ ਪੰਜਾਬ ਦੇ ਵਿੱਚ ਜ਼ਾਹਿਰ ਕੀਤਾ ਹੈ ਕਿ ਉਹ ਹੋਰ ਇਨਵੈਸਟਮੈਂਟਸ ਇੱਥੇ ਲੈ ਕੇ ਆਉਣਗੇ। ਸੋ ਇਹ ਸਾਡੇ ਲਈ ਬਹੁਤ ਇੱਕ ਐਨਕਰੇਜਮੈਂਟ ਦਾ ਸੋਰਸ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਇਨਵੈਸਟਮੈਂਟਸ ਆਉਣਗੀਆਂ, ਜਿਹਦੇ ਨਾਲ ਜੌਬਸ ਜਨਰੇਟ ਹੋਣਗੀਆਂ। ਦੇਖੋ, ਮੇਨ ਐਮਫੈਸਿਸ ਹੁੰਦਾ ਹੈ ਹਮੇਸ਼ਾ ਇਨਵੈਸਟਮੈਂਟਸ ਦਾ ਕਿ ਉਹ ਜੌਬਸ ਜਨਰੇਟ ਕਰਨ। ਸੋ ਮੇਰੇ ਹਿਸਾਬ ਨਾਲ ਦਿਸ ਇਜ਼ ਅ ਮਾਈਲਸਟੋਨ that we have been able to achieve to a large extent. ਸਰ, 2013 ਦੀ ਸਮਿਟ ਤੇ 2015 ਦੀ ਸਮਿਟ 'ਚ ਡਿਫਰੈਂਸ ਕੀ ਦੇਖਦੇ ਹੋ? ਦੇਖੋ, ਜਿਹੜੀ 2013 ਦੀ ਸਮਿਟ ਸੀਗੀ, ਦੈਟ ਵਾਜ਼ ਆਵਰ ਫਸਟ ਐਂਡ ਐਵਰ, ਪਹਿਲੀ ਵਾਰ ਅਸੀਂ ਕੀਤਾ ਸੀਗਾ ਇਸ ਤਰ੍ਹਾਂ ਦਾ। ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਵੀ ਸਮਿਟ ਪਹਿਲੀ ਵਾਰ ਹੋਈ ਸੀ ਜਿੱਥੇ ਇੰਨੀ ਤਾਦਾਦ ਦੇ ਵਿੱਚ ਕੈਪਟਨਸ ਆਫ ਦ ਇੰਡਸਟਰੀ ਆਏ। ਕੁਝ ਲੋਕਾਂ ਦਾ ਉਦੋਂ ਮੰਨਣਾ ਇਹ ਸੀਗਾ ਕਿ ਪਹਿਲੀ ਵਾਰ ਸਮਿਟ ਹੋਇਆ ਹੈ, ਲੋਕਾਂ ਨੂੰ ਸ਼ਾਇਦ ਪੰਜਾਬ ਦੇ ਬਾਰੇ ਜ਼ਿਆਦਾ ਗਿਆਨ ਨਹੀਂ ਸੀਗਾ, ਲੋਕ ਦੇਖਣਾ ਵੀ ਚਾਹੁੰਦੇ ਸੀਗੇ। ਸਟਾਰਟਿੰਗ ਫਰੋਮ ਪਿਛਲੀ ਵਾਰ ਜਿਸ ਤਰ੍ਹਾਂ ਚੇਅਰਮੈਨ ਆਫ ਰਿਲਾਇੰਸ ਇੰਡਸਟਰੀਜ਼ ਮਿਸਟਰ ਮੁਕੇਸ਼ ਅੰਬਾਨੀ, ਮਿਸਟਰ YC ਦੇਵੇਸ਼ਵਰ ਜਿਹੜੇ ਚੇਅਰਮੈਨ ITC ਸੀ, ਹੋਰ ਸਾਰੇ ਕੈਪਟਨਸ ਆਫ ਇੰਡਸਟਰੀ ਸੀਗੇ, ਉਹ ਆਏ ਸੀਗੇ। ਉਹਨਾਂ ਨੂੰ ਵੀ ਸੀਗਾ ਕਿ ਅਸੀਂ ਇਹ ਸੁਣ ਰਹੇ ਹਾਂ ਪੰਜਾਬ ਦੇ ਬਾਰੇ ਔਰ ਅਸੀਂ ਪਹਿਲੀ ਵਾਰ ਦੇਖਣ ਆਏ ਹਾਂ। ਲੇਕਿਨ ਇੰਪੋਰਟੈਂਟ ਚੀਜ਼ ਇਸ ਬਾਰੇ ਇਹ ਹੈਗਾ ਕਿ ਜਦ ਇਹੀ ਲੋਕ ਦੁਬਾਰਾ ਆਏ ਨੇ, ਮਿਸਟਰ ਅੰਬਾਨੀ, ਮਿਸਟਰ ਦੇਵੇਸ਼ਵਰ, ਮਿਸਟਰ ਮੁੰਜਾਲ, ਮਿਸਟਰ GVK ਰੈਡੀ, ਇਹ ਸਾਰੇ ਲੋਕ ਦੁਬਾਰਾ ਆਏ ਨੇ ਔਰ ਹੋਰ ਇਹਨਾਂ ਦੇ ਨਾਲ ਜਿਹੜੇ ਹੋਰ ਕੈਪਟਨਸ ਆਫ ਦ ਇੰਡਸਟਰੀ ਆਏ ਨੇ। ਇਨਫੈਕਟ ਜਿਹੜੇ ਪਿਛਲੀ ਵਾਰ ਸਮਿਟ 'ਚ ਆਏ ਸੀ ਔਰ ਇਸ ਵਾਰ ਨਹੀਂ ਆਏ ਸੀ, ਆ ਸਕੇ ਨੇ, ਉਹਨਾਂ ਦੀ ਕੁਝ ਹੋਰ ਪ੍ਰਾਇਰ ਕਮਿਟਮੈਂਟ ਸੀਗੀਆਂ, ਬੋਰਡ ਮੀਟਿੰਗ ਸੀਗੀਆਂ, ਜਿਸ ਕਰਕੇ ਉਹ ਨਹੀਂ ਆ ਸਕੇ, ਹਾਲਾਂਕਿ ਉਹ ਵੀ ਆਉਣਾ ਚਾਹੁੰਦੇ ਸੀਗੇ। ਸੋ ਦਿਸ ਕਲੀਅਰਲੀ ਐਂਡੋਰਸਿਸ ਦ ਫੈਕਟ ਕਿ ਉਹਨਾਂ ਨੇ ਪਹਿਲੀ ਵਾਰ ਸਮਿਟ 'ਚੋਂ ਆਉਣ ਤੋਂ ਬਾਅਦ ਦੇ ਹੈਵ ਐਕਸਪੀਰੀਅੰਸਡ ਪੰਜਾਬ, they have seen Punjab, they have tested the systems of Punjab, and they feel confident that this is the place to invest. And we say that ਜਿਸ ਤਰ੍ਹਾਂ ਦਾ ਅਸੀਂ ਹੁਣ ਫਿਜ਼ੀਕਲ ਇਨਫਰਾਸਟਰਕਚਰ ਬਣਾ ਦਿੱਤਾ ਹੈਗਾ, ਜਿਸ ਤਰ੍ਹਾਂ ਦੇ ਸਾਡੇ ਇੱਥੇ ਸਿਸਟਮਸ ਨੇ, ਈਜ਼ ਆਫ ਡੂਇੰਗ ਬਿਜ਼ਨਸ ਹੈ, ਸਕਿਲਡ ਮੈਨ ਪਾਵਰ ਹੈ, ਜਿਸ ਤਰ੍ਹਾਂ ਦਾ ਸਾਡਾ ਇੱਥੇ ਐਨਵਾਇਰਨਮੈਂਟ ਹੈਗਾ, ਵੀ ਆਰ ਸਰਟਨਲੀ ਦ ਬੈਸਟ ਪਲੇਸ ਟੂ ਇਨਵੈਸਟ ਇਨ ਦ ਸਟੇਟ, ਇਨ ਦ ਕੰਟਰੀ। ਜਿਹੜੇ MOU ਸਾਈਨ ਹੋਏ ਹੈ, ਉਹਨਾਂ ਦੀ ਜਿਹੜੀ ਫਿਗਰ ਹੈ 1,15,000 ਕਰੋੜ ਦੀ, 378 ਸਮਥਿੰਗ ਜਿਹੜੇ ਹੋਏ ਹੈ, ਉਸ ਫਿਗਰ ਨੂੰ ਵੈਸੇ ਤਾਂ ਇੱਕ ਬਹੁਤ ਵੱਡੀ ਫਿਗਰ ਦੇ ਤੌਰ ਤੇ ਦੇਖਿਆ ਜਾ ਰਿਹਾ, ਜਾਂ ਅਗਰ ਮੈਂ ਮੀਡੀਆ ਦੀ ਵੀ ਗੱਲ ਕਰਾਂ ਤਾਂ ਉਸ ਦੇ ਵਿੱਚ ਜੋ ਪ੍ਰਚਾਰੀ ਜਾਂਦੀ ਕਿ ਬਹੁਤ ਵੱਡੀ ਫਿਗਰ ਹੈ, ਕਿ ਤੁਸੀਂ ਵੀ ਉਸ ਨੂੰ ਬਹੁਤ ਵੱਡੀ ਫਿਗਰ ਫੀਲ ਕਰਦੇ ਹੋ? ਦੇਖੋ, ਇਟ ਓਨਲੀ ਫਿਗਰ, ਮੈਂ ਇਸ ਤਰ੍ਹਾਂ ਦੇਖਦਾ ਕਿ ਇਟ ਇਜ਼ ਐਕਚੁਅਲੀ ਅਗੇਨ reflective of the endorsement and the confidence that people, the investors have reposed. ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਜਦ ਲੋਕਾਂ ਨੂੰ ਦੱਸਿਆ ਕਿ ਅਸੀਂ ਸਬਮਿਟ ਕਰਨਾ ਚਾਹੁੰਦੇ ਨੇ, ਤੇ ਮੈਨੂੰ ਸਵਾਲ ਆਇਆ ਇਹ ਕਿ ਜੀ MOU ਕਰੋਗੇ? ਸੋ ਇੱਕ ਸਟੇਜ ਤੇ ਸਾਨੂੰ ਕਈਆਂ ਨੇ ਇਹ ਵੀ ਕਿਹਾ ਕਿ ਜੀ MOUs ਕਰੋਗੇ, ਨਹੀਂ ਕਰੋਗੇ। ਕਈ ਸਟੇਟਸ ਨੇ MOUs ਕਰਨੇ ਹੁਣ ਜਿਵੇਂ ਛੱਡ ਦਿੱਤੇ ਨੇ ਜੀ, ਕਨਵਰਸ਼ਨ ਰੇਟ ਦੀ ਗੱਲ ਹੁੰਦੀ ਹੈ, ਮੈਂ ਉਹਦੇ ਬਾਰੇ ਥੋੜਾ ਬਾਅਦ ਦੇ ਵਿੱਚ ਜ਼ਿਕਰ ਕਰਾਂਗਾ। ਅਸੀਂ ਕਿਹਾ ਕਿ ਜੀ ਯੈਸ, ਵਾਈ ਨਾਟ, ਇਫ ਯੂ ਆਰ ਇੰਟਰਸਟਿਡ, ਵੀਲ ਬੀ ਵੈਰੀ ਹੈਪੀ, ਬਿਕੋਜ਼ ਇਟ ਓਨਲੀ ਇੰਡੀਕੇਟਸ ਟੂ ਅਸ, ਇਟ ਆਲਸੋ ਇਜ਼
ਬੈਰੋਮੀਟਰ ਜਿੱਤੇ ਅਸੀਂ ਇਹ ਮੈਜ਼ਰ ਕਰ ਸਕਦੇ ਹਾਂ ਕਿ ਜੀ ਲੋਕਾਂ ਦਾ ਇੰਟਰਸਟ ਸਾਡੇ ਵੱਲ ਕਿੰਨਾ ਹੈਗਾ। ਸੋ ਸਾਨੂੰ ਜਿਹੜੀ ਇਹ ਹੁੰਗਾਰਾ ਮਿਲਿਆ ਹੈ, ਪਿਛਲੀ ਵਾਰ 128 MOU ਸੀਗੇ, ਇਸ ਵਾਰ 378 ਦੇ ਕਰੀਬ ਹੋ ਗਿਆ, ਮੋਰ ਦੈਨ 3 ਟਾਈਮਸ ਆ ਗਏ। ਔਰ ਤੁਸੀਂ ਹੈਰਾਨ ਹੋਗੇ, ਲੋਕਾਂ ਨੇ ਸਾਡੇ ਨਾਲ 10-10 ਲੱਖ ਰੁਪਏ ਦੀ ਇਨਵੈਸਟਮੈਂਟ ਕਰਨ ਲਈ ਵੀ MOUs ਕੀਤੇ ਨੇ। ਮੈਨੂੰ ਸਵਾਲ ਆਇਆ ਮੇਰੇ ਕੁਝ ਆਫਿਸਰਸ ਦਾ ਕਿ ਜੀ ਸਰ ਇਹ ਛੋਟੇ ਜਿਹੇ MOUs ਕਰਨ ਦੀ ਗੱਲ ਹੋ ਰਹੀ ਹੈ, ਕਰ ਲਈਏ। ਆਈ ਸੈਡ ਵਾਈ ਨਾਟ, ਵਾਈ ਨਾਟ ਇਟ ਐਕਚੁਅਲੀ, ਬਿਕੋਜ਼ ਮੈਂ ਮਹਿਸੂਸ ਕਰਦਾ ਹਾਂ ਕਿ ਸਾਡੇ ਲਈ ਛੋਟਾ ਸਨਅਤਕਾਰ, ਛੋਟਾ ਇਨਵੈਸਟਰ ਵੀ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਕੋਈ 10,000 ਕਰੋੜ ਜਾਂ 5,000 ਕਰੋੜ ਇਨਵੈਸਟ ਕਰਨ ਵਾਲਾ ਹੈਗਾ। ਮੇਰੇ ਲਈ 5 ਲੱਖ ਵਾਲਾ ਵੀ ਇਨਵੈਸਟਰ ਇੰਪੋਰਟੈਂਟ ਹੈ, 5,000 ਕਰੋੜ ਵਾਲਾ ਇਨਵੈਸਟਰ ਵੀ ਇੰਪੋਰਟੈਂਟ ਹੈ, ਬਿਕੋਜ਼ ਮੇਰੇ ਹਿਸਾਬ ਨਾਲ ਉਹ ਵੀ ਜੌਬਸ ਕ੍ਰੀਏਟ ਕਰ ਰਿਹਾ ਹੈਗਾ, ਵੱਡੇ ਵਾਲਾ ਵੀ ਜੌਬਸ ਕ੍ਰੀਏਟ ਕਰ ਰਿਹਾ ਹੈਗਾ। ਸੋ ਇਹਦੇ ਨਾਲ ਇੱਕ ਇੰਡੀਕੇਸ਼ਨ ਮਿਲਦੀ ਹੈਗਾ ਔਰ ਲੋਕਾਂ 'ਚ ਵੀ ਇਹ ਭਾਵਨਾ ਜਾਂਦੀ ਹੈਗੀ ਹੈ ਕਿ ਦੈਟ ਸਮਥਿੰਗ ਇਜ਼ ਹੈਪਨਿੰਗ ਇਨ ਦ ਹੋਲ ਸਟੇਟ। ਸੋ ਇਟ ਇਜ਼ ਅ ਚੈਲੰਜ ਫॉर ਅਸ ਕਿ ਜਿਹੜੀ ਇਹ ਹੁਣ ਇਹ MOUs ਨੇ ਇਹਨਾਂ ਨੂੰ ਅਸੀਂ ਫੋਲੋ ਅਪ ਕਰਦੇ ਹਾਂ। ਪਿਛਲੀ ਵਾਰ ਵੀ ਜਿਹੜੇ MOUs ਸੀ ਅਸੀਂ ਫੋਲੋ ਅਪ ਕੀਤੇ ਔਰ ਇਹਨਾਂ ਪਿਛਲੀ ਵਾਰ ਇਸ ਚੀਜ਼ ਦਾ ਬਹੁਤ ਜ਼ਿਆਦਾ ਜ਼ਿਕਰ ਹੋਇਆ ਸੀ ਕਿ ਤੁਸੀਂ 66,000 ਕਰੋੜ ਦੇ ਕੀਤੇ ਹੈ, ਉਸ ਦੇ ਵਿੱਚੋਂ ਕਿੰਨੀ ਇਨਵੈਸਟਮੈਂਟ ਆਈ, ਕਿੰਨੀ ਨਹੀਂ ਆਈ। ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਤਾਚੀਨੀ ਹੋਈ ਇਸ ਚੀਜ਼ ਦੀ, ਤੁਸੀਂ ਬੜੇ ਵਾਕਿਫ ਹੋ ਉਸ ਦੇ ਭਲੀ ਭਾਂਤੀ। ਸੋ ਇਸ ਪੁਆਇੰਟ ਆਫ ਵਿਊ ਨਾਲ ਮੈਂ 66,000 ਨੂੰ 1,15,000 ਕਰੋੜ ਨਾਲ ਕੰਪੇਅਰ ਕਰ ਰਿਹਾ ਹਾਂ। ਦੇਖੋ, ਮੈਨੂੰ ਲੱਗਦਾ ਤੁਸੀਂ ਸਮਝ ਰਹੇ ਹੋਵੋਗੇ ਕਿ ਮੈਂ ਤੁਹਾਡੀ ਗੱਲ ਸਮਝ ਗਿਆ, ਤੁਹਾਡਾ ਸਵਾਲ ਮੈਂ ਸਮਝ ਗਿਆ। ਦੇਖੋ, ਫੈਕਟਸ ਸਪੀਕ ਫॉर ਦੈਮਸੈਲਵਸ। ਮੈਂ ਤਾਂ ਸਿਰਫ ਤੁਹਾਡੇ ਨਾਲ ਆંકੜੇ ਸ਼ੇਅਰ ਕਰਾਂਗਾ, ਇੰਟਰਪ੍ਰੀਟੇਸ਼ਨ ਤੁਸੀਂ ਖੁਦ ਕਰਿਓ ਜੀ। ਮੈਂ ਇੱਥੇ ਇਹ ਅੰਡਰਲਾਈਨ ਜ਼ਰੂਰ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਹਰ ਇੱਕ ਐਗਜ਼ਾਮੀਨੇਸ਼ਨ ਦੇ ਵਿੱਚ ਇੱਕ ਪਾਸ ਪਰਸੈਂਟੇਜ ਹੁੰਦੀ ਹੈ, ਕਿਤੇ 50% ਹੁੰਦੀ ਹੈ, ਕਿਤੇ 33% ਹੁੰਦੀ ਹੈ, ਔਰ ਇੱਕ ਜਨਰਲ ਟ੍ਰੈਂਡ ਹੁੰਦਾ ਹੈਗਾ ਕਿ ਕਈ ਐਗਜ਼ਾਮੀਨੇਸ਼ਨਸ ਦੇ ਵਿੱਚ ਤੁਸੀਂ 45% ਲੈ ਕੇ ਵੀ ਯੂ ਆਰ ਫਸਟ ਇਨ ਦ ਯੂਨੀਵਰਸਿਟੀ, ਯੂ ਆਰ ਫਸਟ ਇਨ ਦ ਯੂਨੀਵਰਸਿਟੀ। ਫॉर ਐਗਜ਼ਾਮਪਲ ਮੈਥਸ ਦੇ ਸਵਾਲ ਇਮਤਿਹਾਨ ਦੇ ਵਿੱਚ 95% ਦਾ ਕੋਈ ਮਹੱਤਵ ਨਹੀਂ ਹੁੰਦਾ, ਸ਼ਾਇਦ ਹਿਊਮੈਨਿਟੀਜ਼ ਦੇ ਜਿਹੜੇ ਪੇਪਰਸ ਹੁੰਦੇ ਉਹਨਾਂ ਦੇ ਵਿੱਚ 75% ਦਾ ਵੀ ਬਹੁਤ ਮਹੱਤਵ ਹੁੰਦਾ ਹੈਗਾ, ਫॉर ਐਗਜ਼ਾਮਪਲ। ਇਸੇ ਤਰ੍ਹਾਂ ਹੀ ਜੋ ਜਨਰਲ ਟ੍ਰੈਂਡ ਇਨ ਦ ਇੰਡਸਟਰੀ ਇਜ਼, ਔਰ ਸਾਡੇ ਜਿਹੜੇ ਨੌਲੇਜ ਪਾਰਟਨਰਸ ਨੇ ਉਹਨਾਂ ਤੋਂ ਅਸੀਂ ਰਿਸਰਚ ਵੀ ਕਰਵਾਈ, ਅਸੀਂ ਉਹਨਾਂ ਤੋਂ ਫੀਡਬੈਕ ਵੀ ਲਿਆ ਜਦ ਅਸੀਂ MOU ਸਾਈਨ ਕੀਤੇ ਕਿ ਵਟ ਇਜ਼ ਦ ਕਨਵਰਜਨ ਰੇਟ ਆਫ MOUs ਫਰੋਮ ਡਿਫਰੈਂਟ ਸਟੇਟਸ। ਸਾਰੀ ਸਟੇਟਸ ਸਬਮਿਟਸ ਕਰਦੀਆਂ ਨੇ, ਸਾਰੀ ਸਟੇਟਸ ਨੇ MOUs ਕੀਤੀਆਂ ਨੇ। ਵਟ ਇਜ਼ ਦ ਕਨਵਰਜਨ ਰੇਟ? ਜਨਰਲ ਟ੍ਰੈਂਡ ਇਜ਼ ਕਿ ਔਨ ਐਨ ਐਵਰੇਜ ਦ ਕਨਵਰਜਨ ਰੇਟ ਇਜ਼ ਅਬਾਊਟ 8 to 10%। ਪਿੱਛੇ ਤੱਕ ਜਿਹੜਾ ਹਾਈਐਸਟ ਕਨਵਰਜਨ ਰੇਟ ਸੀਗਾ ਉਹ ਤਕਰੀਬਨ 15 ਤੋਂ 18% ਦੇ ਆਸ-ਪਾਸ ਰਿਹਾ ਹੈਗਾ। ਕੁਝ ਸਟੇਟਸ ਦਾ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਉਹਨਾਂ ਦਾ, ਬਟ ਜਿਹੜੀਆਂ ਮੋਸਟ ਪ੍ਰੋਗਰੈਸਿਵ ਔਰ ਲੀਡਿੰਗ ਸਟੇਟਸ ਮੰਨੀ ਜਾਂਦੀਆਂ ਨੇ। ਯੂ ਵਿਲ ਬੀ ਹੈਪੀ ਟੂ ਨੋ ਕਿ ਸਾਡੇ ਕੇਸ ਦੇ ਵਿੱਚ 46% ਕਨਵਰਜਨ ਰੇਟ ਹੈ ਸਾਡਾ। ਜਿਹੜੇ ਅਸੀਂ MOU ਸਾਈਨ ਕੀਤੇ ਸੀ ਉਹਨਾਂ ਚੋਂ 46% MOUs have been converted into actual projects on ground, and I am actually putting that list on the website ਕਿ ਜਿੱਥੇ ਅਸੀਂ ਸਾਰੇ ਦੱਸ ਦਾਂਗੇ ਕਿ ਜੀ ਇਹ MOU ਸਾਈਨ ਹੋਇਆ ਸੀ ਇਸ ਕੰਪਨੀ ਨੇ, ਹੁਣ ਇਹਨੇ ਇਹ ਪ੍ਰੋਜੈਕਟ ਲਾਇਆ ਹੈ ਔਰ ਇਸ ਜਗ੍ਹਾ ਤੇ ਪ੍ਰੋਜੈਕਟ ਲਾਇਆ ਹੈ। Everybody is welcome to go and see those projects. So as far as we are concerned, we will put everything in the public domain. In any case, ਅੱਜ ਕੱਲ੍ਹ ਤਾਂ RTI ਹੈਗੀ ਜੀ, ਹਰ ਚੀਜ਼ is available in the ਫਿਗਰ public domain. ਤੁਹਾਨੂੰ ਦੇਣੀ ਪੈਂਦੀ ਹੈ। But our conversion rate is 46%, and I have been told by my knowledge partners that it is the highest in the country. ਇੱਕ ਜਿੰਨੇ ਵੀ MOU ਤੁਸੀਂ ਸਾਈਨ ਕੀਤੇ ਹੈ ਉਸ ਚੀਜ਼ ਬਾਰੇ ਸਾਡੇ ਬਹੁਤ ਸਾਰੇ ਮੀਡੀਆ ਦੇ ਕੋਲੀਗਸ ਬਾਰ-ਬਾਰ ਇਸ ਸਮਿਟ ਦੇ ਦੌਰਾਨ ਵੀ ਪੁੱਛਦੇ ਰਹੇ ਹੈ ਕਿ ਜੀ ਤੁਸੀਂ 378 ਦੀ ਫਿਗਰ ਦਿੱਤੀ ਹੈ ਔਰ ਜਿਹੜੇ ਉੱਥੇ ਆਪਸ 'ਚ ਐਕਸਚੇਂਜ ਹੋਏ ਸੀ ਉਹ 15 ਜਾਂ 20 ਜਾਂ ਜਿੰਨੇ ਵੀ ਆਏ ਸੀਗੇ। ਸੋ ਬਾਕੀ ਦੇ MOU ਕਿੱਥੇ ਨੇ? ਇਹ ਚੀਜ਼ ਸਾਰਿਆਂ ਨੇ ਪੁੱਛੀ ਔਰ ਮੈਂ ਵੀ ਤੁਹਾਨੂੰ ਇੱਕ ਵਾਰ ਫਿਰ ਇੰਟਰਵਿਊ 'ਚ ਪੁੱਛ ਰਿਹਾ ਕਿ ਤਾਂ ਕਿ ਥੋੜੀ ਉਸ ਬਾਰੇ ਹੋਰ ਕਲੈਰਿਟੀ ਹੋ ਜੇ। ਦੇਖੋ ਜੀ, ਤੁਸੀਂ ਸਮਝ ਸਕਦੇ ਹੋ ਕਿ ਕੋਈ ਵੀ ਆਪਾਂ ਫੰਕਸ਼ਨ ਕਰਦੇ ਹਾਂ ਉਹਦਾ ਸਮਾਂ ਬੜਾ ਸੀਮਿਤ ਹੁੰਦਾ ਹੈਗਾ। We would have been very happy to get each, ਜਿਸ ਤਰ੍ਹਾਂ ਮੈਂ ਕਿਹਾ ਮੇਰੇ ਲਈ ਹਰ ਇਨਵੈਸਟਰ ਇੰਪੋਰਟੈਂਟ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਜੇ ਮੈਂ ਸਾਰੇ ਦੇ ਸਾਰੇ ਇਨਵੈਸਟਰਸ ਨੂੰ ਬਾਰੀ-ਬਾਰੀ ਲੈ ਕੇ ਆਉਂਦਾ ਸਟੇਜ ਤੇ CM ਸਾਹਿਬ, ਡਿਪਟੀ CM ਸਾਹਿਬ ਦੇ ਨਾਲ ਉਹਨਾਂ ਦਾ ਮੈਂ MOU ਐਕਸਚੇਂਜ ਕਰਾਂਦਾ। ਬਟ ਇਟ ਇਜ਼ ਓਨਲੀ ਕਿ ਸਮੇਂ ਦੀ ਘਾਟ ਸੀ, ਅਸੀਂ ਕੁਝ ਹੀ MOUs ਜਿਹੜੇ ਸੀਗੇ ਉਹਨਾਂ ਨੂੰ ਐਕਸਚੇਂਜ ਕਰਾ ਸਕੇ। ਬਟ ਟਰਸਟ ਮੀ, ਇਹ 378 ਦਾ ਫਿਗਰ ਵਿਦ ਡਿਟੇਲਸ ਆਫ ਦ ਨੇਮ ਆਫ ਦ ਕੰਪਨੀ, ਕਿੰਨਾ ਉਹਨੇ ਸਾਈਨ ਕੀਤਾ, ਕਿਹੜੇ ਸੈਕਟਰ ਦੇ ਵਿੱਚ ਸਾਈਨ ਕੀਤਾ, ਐਵਰੀਥਿੰਗ ਵੁੱਡ ਬੀ ਅਵੇਲੇਬਲ ਔਨ ਦ ਵੈਬਸਾਈਟ very shortly. You would appreciate ਕਿ ਜੀ ਡੇਟਾ ਕੰਪਾਈਲ ਕਰਨ ਨੂੰ ਟਾਈਮ ਲੱਗਦਾ ਹੈਗਾ, and in fact this figure of 378 also may increase by probably ਇੱਕ ਦੋ ਫਿਗਰਸ ਨਾਲ ਇਨਕਰੀਜ਼ ਕਰ ਜੀ। ਕਿਉਂਕਿ ਤੁਸੀਂ ਸੋਚੋ ਨਾ ਜੀ, ਵੈਲੀਡਿਕਟਰੀ ਫੰਕਸ਼ਨ ਜਦ ਹੋਇਆ ਜਿੱਥੇ ਅਨਾਊਂਸ ਹੋਇਆ 378 ਦਾ ਫਿਗਰ, ਉਸ ਤੋਂ ਪਹਿਲਾਂ ਹੀ ਕੁਝ ਸੈਸ਼ਨ ਹੋਏ ਸੀਗੇ ਜਿਹਨਾਂ ਸੈਸ਼ਨਸ ਦੇ ਵਿੱਚ ਵੀ MOUs ਕੁਝ ਸਾਈਨ ਹੋਏ ਨੇ ਤੇ ਐਕਸਚੇਂਜ ਹੋਏ ਨੇ। ਸੋ ਦਿਸ ਫਿਗਰ ਕੁਡ ਐਕਚੁਅਲੀ ਇੰਪਰੂਵ ਬਾਈ 1 or 2 numbers beyond 378। ਤੁਹਾਨੂੰ ਕੀ ਲੱਗਦਾ ਜਿੰਨੇ ਵੀ ਕੈਪਟਨਸ ਆਫ ਇੰਡਸਟਰੀ ਇੱਥੇ ਆਏ ਨੇ
ਜੇ ਮੈਂ ਅੱਜ ਤੋਂ 10 12 15 ਸਾਲ ਪਿੱਛੇ ਜਾਵਾਂ ਤੇ ਕਦੇ ਕੋਈ ਪੰਜਾਬ ਬਾਰੇ ਨਾ ਕਦੇ ਕਿਸੇ ਨੇ ਸੋਚਿਆ ਸੀ, ਨਾ ਕਿਸੇ ਨੂੰ ਪਤਾ ਸੀ ਕਿ ਮੈਂ ਪੰਜਾਬ ਦੇ ਵਿੱਚ ਜਾਵਾਂ, ਉੱਥੇ ਬਿਜ਼ਨਸ ਕਰਾਂ। ਕਦੇ ਐਸੀ ਕਿਸੇ ਦੀ ਸੋਚ ਨਹੀਂ ਸੀ। ਤੁਹਾਡੇ ਹਿਸਾਬ ਨਾਲ ਇੱਕਦਮ ਇੰਨਾ ਬਦਲਾਵ ਕਿਉਂ ਆਇਆ? ਦੇਖੋ, ਜਦ ਵੀ ਅਸੀਂ ਡਿਪਟੀ ਸੀਐਮ ਸਾਹਿਬ ਨਾਲ ਇੰਡਸਟਰੀ ਨੂੰ ਮਿਲਣ ਗਏ ਆ, ਮੁੰਬਈ, ਬੈਂਗਲੌਰ, ਚੇਨਈ, ਹੈਦਰਾਬਾਦ ਜਾਂ ਈਵਨ ਬਾਹਰ ਵੀ ਮਿਲਣ ਗਏ ਹੈਗੇ ਆ, ਜਾ ਕੇ ਸਭ ਤੋਂ ਪਹਿਲਾ ਸਵਾਲ ਇਹ ਪੁੱਛਿਆ ਵੀ ਵਟ ਇਜ਼ ਯੋਰ ਪੇਨ ਪੁਆਇੰਟ, ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਤੁਹਾਨੂੰ ਤਕਲੀਫ ਹੁੰਦੀ ਹੈ, ਜਾਂ ਵਟ ਇਜ਼ ਇਟ ਦੈਟ ਅਟਰੈਕਟਸ ਯੂ ਦ ਮੋਸਟ। ਸਭ ਦਾ ਜਵਾਬ ਵੈਰੀ ਕਲੀਅਰਲੀ ਸੀਗਾ ਕਿ ਜੀ ਯੈਸ, ਇਟ ਇਜ਼ ਇੰਪੋਰਟੈਂਟ ਫॉर ਅਸ ਕਿ ਰॉ ਮਟੀਰੀਅਲ ਦਾ ਸੋਰਸ ਕੀ ਹੈ, yes it is important for us to know ਕਿ ਵੀ ਮਾਰਕੀਟ ਕਿੱਥੇ ਹੈ, yes it is important for us to have a port nearby, yes it is important for us to have physical infrastructure, important to have fiscal incentives, but everybody said the most important thing is ease of doing business। ਜੇ ਮੈਨੂੰ ease of doing business ਹੈ, ਜੇ ਮੈਨੂੰ comfort ਹੈ, ਮੈਂ ਉਸ ਜਗ੍ਹਾ ਤੇ ਜਾਵਾਂਗਾ। and I think that is the most important element that came out। ਔਰ ਇਸੇ ਲਈ 2013 ਦੀ ਸਮਿਟ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਪਾਲਿਸੀਜ਼ ਸਰਕਾਰ ਨੇ ਕੀਤੀਆਂ, ਉਹਦੇ 'ਤੇ ਜਿਹੜਾ ਮੇਨ ਫੋਕਸ ਸੀਗਾ ਉਹ ਸੀਗਾ ਕਿ ਹਾਊ ਵੀ ਕੈਨ ਪੁੱਟ ਅਪ ਸਿਸਟਮਸ ਵੇਅਰ ਵੀ ਕੈਨ ਮੇਕ ਸ਼ੋਰ ਕਿ ਜਿਹੜਾ ਵੀ ਸਨਅਤਕਾਰ, ਜਿਹੜਾ ਵੀ ਇਨਵੈਸਟਰ ਇੱਥੇ ਆਉਂਦਾ ਹੈਗਾ, ਉਹ ਈਜ਼ੀਐਸਟ ਤਰੀਕੇ ਨਾਲ, ਸਿੰਪਲ ਤਰੀਕੇ ਨਾਲ, ਜਲਦੀ ਤਰੀਕੇ ਨਾਲ ਆਪਣਾ ਬਿਜ਼ਨਸ ਸੈਟਅਪ ਕਰ ਸਕੇ। ਔਰ ਮੈਂ ਇਹਦੀ ਥੋੜ੍ਹੀ ਤਫਸੀਲ ਕਰਨਾ ਚਾਹਾਂਗਾ। ਜਦ ਅਸੀਂ ਇਨਵੈਸਟਰਸ ਨੂੰ ਪੁੱਛਿਆ ਵੀ why are fiscal incentives not so important to you as ease of setting up a business? ਉਹ ਕਹਿੰਦਾ ਦੇਖੋ ਜੀ, ਬੜੀ ਸਿੰਪਲ ਜੀ ਗੱਲ ਹੈ, ਜੇ ਮੇਰਾ ਬਿਜ਼ਨਸ, ਜਿਹੜਾ ਟਾਈਮ ਮੈਨੂੰ ਕਲੀਅਰੈਂਸਿਸ ਲੈਣ ਨੂੰ, ਜਿਹੜਾ ਸਮਾਂ ਮੈਨੂੰ ਆਪਣਾ ਬਿਜ਼ਨਸ ਸੈਟਅਪ ਕਰਨ ਨੂੰ, ਜੇ ਉਹ ਮੈਨੂੰ ਸਾਲ ਡੇਢ ਸਾਲ ਲੱਗ ਜਾਂਦਾ ਹੈਗਾ ਔਰ ਉਹੀ ਸਮਾਂ ਮੈਂ ਘਟਾ ਕੇ 6 ਮਹੀਨੇ 'ਚ ਲਿਆਉਣਾ ਹੈਗਾ ਜਾਂ 2 ਮਹੀਨੇ 'ਚ ਲਿਆਉਣਾ ਹੈਗਾ, ਇਸੇਸ ਜਿਹੜਾ ਮੇਰਾ ਕਾਸਟ ਆਫ ਕੈਪੀਟਲ, ਜਿਹੜਾ ਮੇਰਾ ਇੰਟਰਸਟ ਉਹਦੇ 'ਤੇ ਲੱਗਦਾ, ਪਹਿਲਾਂ ਤਾਂ ਮੈਨੂੰ ਉਹ ਬਚਤ ਹੁੰਦੀ ਹੈ। ਸੈਕੰਡਲੀ ਜਿਹੜੀ ਮੇਰੀ ਪ੍ਰੋਡਕਸ਼ਨ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਐਂਡ ਦ ਪ੍ਰੋਫਿਟ ਦੈਟ ਆਈ ਵਿਲ ਜਨਰੇਟ, ਮੇਰਾ ਜਿਹੜਾ ਬ੍ਰੇਕ ਈਵਨ ਪੁਆਇੰਟ ਹੈ ਤੁਸੀਂ ਉਹਨੂੰ ਸ਼ਿਫਟ ਕਰ ਦਿੰਦੇ ਹੋ। ਤਾਂ ਹੀ ਸੇਜ਼ ਕਿ ਮੇਰੀ ਸਾਰੀ ਬਿਜ਼ਨਸ ਪਲਾਨ ਇੰਪਰੂਵ ਕਰ ਜਾਂਦੀ ਹੈ। ਹੀ ਸੇਜ਼ ਕਿ ਫਿਸਕਲ ਇਨਸੈਂਟਿਵਸ ਜਾਂ ਬਾਕੀ ਜਿਹੜੇ ਇਨਸੈਂਟਿਵਸ ਨੇ ਬਹੁਤ ਇੰਪੋਰਟੈਂਟ ਨੇ, ਬਟ ਉਹਨਾਂ ਦਾ ਇੰਪੈਕਟ ਇੱਕ ਹੱਦ ਤੱਕ ਹੈ। ਦ ਮੋਸਟ ਇੰਪੋਰਟੈਂਟ ਹੀ ਸੇਜ਼ ਸਭ ਤੋਂ ਗੱਲ ਇਹ ਹੈ ਕਿ ਮੈਂ ਮੈਂਟਲੀ ਸਟ੍ਰੈਸ ਫਰੀ ਹੁੰਦਾ, ਐਂਡ ਦੈਨ ਆਈ ਕੈਨ ਡੂ ਥਿੰਗਸ ਬੈਟਰ ਐਜ਼ ਨੋਰਮਲ ਹਿਊਮਨ ਬੀਇੰਗ। ਐਜ਼ ਨੋਰਮਲ ਹਿਊਮਨ ਬੀਇੰਗ ਆਪਾਂ ਵੀ ਅਗਰ ਸਟ੍ਰੈਸ ਫਰੀ ਇਨਵਾਇਰਮੈਂਟ 'ਚ ਕੰਮ ਕਰਾਂਗੇ, ਆਪਣੀ ਪ੍ਰੋਡਕਟਿਵਿਟੀ ਜ਼ਿਆਦਾ ਹੁੰਦੀ ਹੈ, ਆਪਣੀ ਐਫੀਸ਼ੀਐਂਸੀ ਲੈਵਲਸ ਜ਼ਿਆਦਾ ਹੁੰਦੇ ਨੇ। ਇਸੇ ਤਰ੍ਹਾਂ ਹੀ ਸਨਅਤਕਾਰ ਕਹਿੰਦੇ ਨੇ। ਸੋ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੂੰ ਇੱਥੋਂ ਤੱਕ ਪਹੁੰਚਣ ਦੇ ਲਈ, ਇਨਵੈਸਟ ਪੰਜਾਬ ਨੂੰ ਇੱਥੋਂ ਤੱਕ ਪਹੁੰਚਣ ਦੇ ਲਈ, ਉਹਨਾਂ ਦੀਆਂ ਮੁਸ਼ਕਿਲਾਂ ਜਾਣਨ ਦੇ ਲਈ ਕਿਸ ਤਰੀਕੇ ਦੀ ਮਸ਼ੱਕਤ ਕਰਨੀ ਪਈ ਔਰ ਉਸ ਦਾ ਆਊਟਕਮ ਕੀ ਨਿਕਲ ਕੇ ਆਇਆ, ਕੀ ਜਿਹੜੀਆਂ ਨੀਤੀਆਂ ਬਣਾਈਆਂ ਗਈਆਂ ਉਸ ਦੇ ਵਿੱਚ ਕਿੰਨਾ ਚੀਜ਼ਾਂ ਨੂੰ ਫੋਲੋ ਕੀਤਾ ਗਿਆ, ਕਿਹੜੀਆਂ ਮੁਸ਼ਕਿਲਾਂ ਨੂੰ ਸਾਹਮਣੇ ਰੱਖਿਆ ਗਿਆ, ਜਿਸ ਤੋਂ ਬਾਅਦ ਇਨਵੈਸਟ ਪੰਜਾਬ ਦਾ ਪੂਰਾ ਕਨਸੈਪਟ ਬਣਿਆ। ਗੱਲਬਾਤ ਕਰਾਂਗੇ। ਇੱਕ ਬ੍ਰੇਕ ਅਸੀਂ ਛੋਟਾ ਜਿਹਾ ਲੈਣਾ। ਬ੍ਰੇਕ ਤੋਂ ਬਾਅਦ ਸਾਡੀ ਇਹ ਗੱਲਬਾਤ ਅਨਿਰੁੱਧ ਤਿਵਾਰੀ ਹੋਰਾਂ ਨਾਲ ਇਸੇ ਤਰੀਕੇ ਨਾਲ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਦਰਸ਼ਕਾਂ ਦਾ। ਸਾਡੀ ਗੱਲਬਾਤ ਚੱਲ ਰਹੀ ਹੈ ਅਨਿਰੁੱਧ ਤਿਵਾਰੀ ਹੋਰਾਂ ਨਾਲ, CEO ਇਨਵੈਸਟ ਪੰਜਾਬ, ਜਿਨ੍ਹਾਂ ਨੇ ਪ੍ਰੋਗਰੈਸਿਵ ਪੰਜਾਬ ਸਮਿਟ 2015 ਉਸ ਨੂੰ ਇੱਕ ਸਕਸੈਸਫੁਲ ਤਰੀਕੇ ਨਾਲ ਆਰਗੇਨਾਈਜ਼ ਕੀਤਾ ਔਰ ਉਸ ਦਾ ਸਿਹਰਾ ਵੀ ਬਹੁਤ ਵੱਡਾ ਸਿਹਰਾ ਇਹਨਾਂ ਨੂੰ ਜਾਂਦਾ ਹੈ। ਤਿਵਾਰੀ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਇੰਡਸਟਰੀ ਦੀ, ਉਦਯੋਗਾਂ ਦੀ, ਅਗਰ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂ, ਆਪਣੀ ਪੰਜਾਬ ਸਟੇਟ ਦੀ ਗੱਲ ਕਰਾਂ, ਲੋਕਾਂ ਦੇ ਲਾਈਫ ਸਟਾਈਲ ਦੀ ਗੱਲ ਕਰਾਂ, ਤਾਂ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ ਉਸ ਦੇ ਵਿੱਚ ਬ੍ਰਾਂਡਸ ਦਾ ਬੜਾ ਮਹੱਤਵ ਹੈ। ਆਪਾਂ ਲੋਕ ਬ੍ਰਾਂਡ ਵੱਲ ਬੜੀ ਜਲਦੀ ਅਟਰੈਕਟ ਹੁੰਦੇ ਆ। ਔਰ ਅਗਰ ਮੈਂ ਦੂਸਰੀਆਂ ਸਟੇਟਾਂ ਦੀ ਗੱਲ ਕਰਾਂ, ਆਪਾਂ ਗੁਜਰਾਤ ਹੈ ਜਾਂ ਮਹਾਰਾਸ਼ਟਰ ਹੈ ਜਾਂ ਮੱਧ ਪ੍ਰਦੇਸ਼ ਹੈ, ਉਹਨਾਂ ਦੇ ਵਿੱਚ ਬਹੁਤ ਸਾਰੀ ਐਸੀ ਇੰਡਸਟਰੀ ਹੈ ਕਿ ਟਾਟਾ ਆਪਣਾ ਕੋਈ ਪ੍ਰੋਜੈਕਟ ਲੈ ਗਏ ਜਾਂ ਹੋਰ ਕੋਈ ਵੱਡੀ ਇੰਡਸਟਰੀ ਆਪਣਾ ਪ੍ਰੋਜੈਕਟ ਲੈ ਗਈ ਤਾਂ ਬਹੁਤ ਫੇਮਸ ਹੁੰਦੀ ਹੈ। ਪੰਜਾਬ ਦੇ ਵਿੱਚ ਤੁਸੀਂ ਜਿਹੜਾ ਕਹਿੰਦੇ ਹੋ ਕਿ ਅਸੀਂ MOU ਸਾਈਨ ਕੀਤੇ ਜਾਂ ਸਾਡੀ ਆ ਅਚੀਵਮੈਂਟਸ ਹੈ, ਉਸ ਦੇ ਵਿੱਚ ਬ੍ਰਾਂਡਿੰਗ ਕੀ ਹੈ, ਬ੍ਰਾਂਡਸ ਕਿੱਥੇ ਨੇ? ਦੇਖੋ, ਬਿਲਕੁਲ ਸਹੀ ਗੱਲ ਕਹੀ ਤੁਸੀਂ ਆਪਣੇ ਕਲਚਰ ਦੇ ਬਾਰੇ ਵੀ ਕਿ ਵੀ ਆਰ ਵੈਰੀ ਕੌਨਸ਼ੀਅਸ ਆਫ ਦ ਬ੍ਰਾਂਡਸ, ਐਂਡ ਵਾਈ ਨਾਟ ਆਫ ਕੋਰਸ ਵੀ ਆਲ ਲਾਈਕ ਟੂ ਲਿਵ ਲਾਈਫ, ਜੇ ਮਰਸੀਡੀਜ਼ ਦੀ ਸਭ ਤੋਂ ਜ਼ਿਆਦਾ ਖਪਤ ਪੰਜਾਬ 'ਚ ਹੁੰਦੀ ਹੈ, ਐਬਸੋਲੂਟਲੀ ਵੈਰੀ ਫੌਂਡ ਆਫ ਲਿਵਿੰਗ ਲਾਈਫ, ਐਂਡ ਵੀ ਆਰ ਪ੍ਰਾਊਡ ਆਫ ਇਟ। ਆਪਾਂ ਨੂੰ ਸਾਰਿਆਂ ਨੂੰ ਬੜਾ ਪ੍ਰਾਈਡ ਹੈ ਇਸ ਗੱਲ ਤੇ ਕਿ ਅਸੀਂ ਜ਼ਿੰਦਗੀ ਬੜੀ ਸ਼ੌਕ ਨਾਲ ਜੀਂਦੇ ਹਾਂ। ਸੋ ਯੂ ਸੀ ਇਟ ਇਜ਼ ਇੰਪੋਰਟੈਂਟ। ਮੈਂ ਵੀ ਕਈ ਵਾਰ ਸੋਚਿਆ ਕਰਦਾ ਸੀਗਾ ਕਿ if you look at the industry and how it has come to Punjab, ਮੇਰੇ ਖਿਆਲ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਨਾਮਵਰ ਬ੍ਰਾਂਡ ਪੰਜਾਬ ਦੇ ਵਿੱਚ ਆਏ ਨੇ, ਔਰ ਮੈਂ ਇਹ ਜਿਹੜੇ ਨਾਮ ਤੁਹਾਨੂੰ ਦੱਸਾਂ, ਸ਼ੇਅਰ ਕਰਾਂਗਾ ਤੁਹਾਡੇ ਨਾਲ, ਇਹ ਉਹ ਨਾਮ ਨੇ ਜਿਨ੍ਹਾਂ ਨੇ ਪ੍ਰੋਜੈਕਟਸ ਆਪਣੇ ਸ਼ੁਰੂ ਕਰ ਲਏ ਨੇ।
ਗਰਾਊਂਡ ਤੇ ਨੇ, ਚੱਲ ਰਹੀ ਹੈ ਕੰਸਟਰਕਸ਼ਨ, ਚੱਲ ਰਹੀ ਹੈ ਉਹਨਾਂ ਦੇ ਪ੍ਰੋਜੈਕਟਸ ਦੀ। ਇਟਸ ਨਾਟ ਕਿ ਉਹਨਾਂ ਨੇ ਜੀ ਸਾਡੇ ਨਾਲ ਕੋਈ ਇਕਰਾਰਨਾਮੇ ਸਾਈਨ ਕੀਤੇ ਨੇ ਜੀ, MOU ਸਾਈਨ ਕੀਤੇ ਨੇ ਜੀ, ਐਗਰੀਮੈਂਟ ਕੀਤੇ ਨੇ, ਪਤਾ ਨਹੀਂ ਕਦ ਆਉਣਗੇ ਜਾਂ ਨਹੀਂ ਆਉਣਗੇ। ਇਹ ਸਾਰੇ ਮੈਂ ਤੁਹਾਨੂੰ ਨਾਂ ਦੱਸਾਂਗਾ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਪਿਛਲੇ ਸਮਿਟ ਤੋਂ ਬਾਅਦ ਹੁਣ ਤੱਕ ਐਕਚੁਅਲ ਪ੍ਰੋਜੈਕਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਔਨ ਦ ਗਰਾਊਂਡ। ITC ਹੈ, ਉਹਨੇ ਮੈਗਾ ਫੂਡ ਪਾਰਕ ਲਗਾ ਰਹੇ ਨੇ। ITC ਦਾ 700 ਕਰੋੜ ਦਾ ਮੈਗਾ ਫੂਡ ਪਾਰਕ ਕਪੂਰਥਲੇ ਚੱਲ ਰਿਹਾ ਹੈਗਾ। ਮਿਸਟਰ ਦੇਵੇਸ਼ਵਰ ਨੇ ਅਨਾਉਂਸ ਕੀਤਾ ਫੂਡ ਪਾਰਕ ਹੈ, ਫੂਡ ਪ੍ਰੋਸੈਸਿੰਗ ਦਾ ਪਾਰਕ ਹੈ, ਔਰ ਇਹ ਉਹਨਾਂ ਦਾ ਬਿਗੇਸਟ ਪ੍ਰੋਜੈਕਟ ਹੈ ਐਨੀਵੇਅਰ ਇਨ ਦ ਕੰਟਰੀ। ਉੱਥੇ ਸਟਾਰਟਿੰਗ ਵਿਦ ਆਟਾ, ਪਾਸਤਾ, ਬਿਸਕਿਟਸ, ਡੇਅਰੀ, ਸਭ ਕੁਝ ਉੱਥੇ ਹੋਊਗਾ। ਔਰ ਇਸ ਵਾਰ ਉਹਨਾਂ ਨੇ ਕਿਹਾ ਕਿ ਦੇ ਵਿਲ ਈਵਨ ਡਬਲ ਦ ਇਨਵੈਸਟਮੈਂਟ to 1400 crore and perhaps take it to 2000 crores। ਕਪੂਰਥਲਾ you will see that ਉਹ ਜਿਹੜੇ ਉਸ ਪਾਰਕ ਦੇ ਆਉਣ ਤੋਂ ਬਾਅਦ ਉੱਥੇ ਕਿਤਨਾ ਵੱਡਾ ਇਕੋਨੋਮੀ ਨੂੰ ਕਿਕ ਸਟਾਰਟ ਮਿਲੇਗਾ। ਦੇਖੋ ਐਡਾ ਵੱਡਾ ਪ੍ਰੋਜੈਕਟ ਆਏਗਾ ਜਿਹਦੇ ਨਾਲ ਟਰੱਕਸ ਚੱਲਣਗੇ, ਕੰਟੇਨਰਸ ਚੱਲਣਗੇ, ਲੋਕਾਂ ਨੂੰ ਇੰਪਲੋਇਮੈਂਟ ਮਿਲੇਗੀ, ਉਹਦੀ ਰॉ ਮਟੀਰੀਅਲ ਦੀ ਸੋਰਸਿੰਗ ਹੋਏਗੀ। ਇਨਫੋਸਿਸ ਲੋਕਾਂ ਨੇ ਐਗਜ਼ੀਬਿਸ਼ਨ ਦੇ ਦੌਰਾਨ, ਉੱਥੇ ਸਮਿਟ ਦੇ ਦੌਰਾਨ ਐਗਜ਼ੀਬਿਸ਼ਨ ਲਾਇਆ ਸੀ, ਇਨਫੋਸਿਸ ਨੇ ਆਪਣਾ 3D ਮਾਡਲ ਕੈਂਪਸ ਦਾ ਪ੍ਰੈਜ਼ੈਂਟ ਕੀਤਾ। ਇਨਫੋਸਿਸ ਦਾ ਜਿਹੜਾ ਪ੍ਰੋਜੈਕਟ ਮੋਹਾਲੀ 'ਚ ਆ ਰਿਹਾ ਹੈਗਾ 50 ਏਕੜ ਦੇ ਵਿੱਚ, ਇਟ ਇਜ਼ ਗੋਇੰਗ ਟੂ ਬੀ ਦੇਅਰ ਬੈਸਟ ਐਵਰ ਗ੍ਰੀਨ ਬਿਲਡਿੰਗ ਇਨਫੋਸਿਸ ਅਕੋਰਡਿੰਗਲੀ, ਜਿੱਥੇ ਲੋਕਾਂ ਨੂੰ, ਆਪਣੇ ਪੜ੍ਹੇ ਲਿਖੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਨਫੋਸਿਸ ਵਾਲੇ ਇਨਫੈਕਟ ਸਾਨੂੰ ਦੱਸ ਰਹੇ ਸੀਗੇ, ਸਾਨੂੰ ਕਹਿੰਦੇ ਜੀ ਤੁਸੀਂ ਸਾਨੂੰ ਮੋਹਾਲੀ ਪ੍ਰੋਜੈਕਟ ਦੇ ਕੇ ਸਾਡੇ 'ਤੇ ਆਸਾਨ ਕੀਤਾ। ਅਸੀਂ ਕਿਹਾ ਜੀ ਕਿਸ ਤਰ੍ਹਾਂ? ਕਹਿੰਦੇ ਜੀ ਸਾਨੂੰ ਸਭ ਤੋਂ ਜ਼ਿਆਦਾ ਪ੍ਰੈਸ਼ਰ ਲੋਕਾਂ ਦੀ ਟਰਾਂਸਫਰਸ ਦਾ ਚੰਡੀਗੜ੍ਹ ਮੋਹਾਲੀ ਆਉਣ ਲਈ ਰਹਿੰਦਾ ਹੈਗਾ, ਕਿਉਂਕਿ ਆਪਣੇ ਬੱਚੇ ਜਿਹੜੇ ਨੇ ਨਾਓ ਦੇ ਵਿਲ ਬੀ ਏਬਲ ਟੂ ਕਮ ਬੈਕ ਐਂਡ ਸਰਵ ਹੇਅਰ। ਮਹਿੰਦਰਾ ਨੇ ਇੱਕ ਪੋਟੈਟੋ ਸੀਡ ਦੇ ਵਿੱਚ ਇਨਵੈਸਟਮੈਂਟ ਕੀਤੀ ਹੈ। ਸਾਊਥ ਇੱਕ ਬਹੁਤ ਵੱਡੀ ਕੰਪਨੀ ਹੈਗੀ ਹੈ TI ਸਾਈਕਲਸ। ਡਿਪਟੀ CM ਸਾਹਿਬ ਉਹਨਾਂ ਨੂੰ ਚੇਨਈ ਮਿਲ ਕੇ ਆਏ ਸੀ, ਉਹਨਾਂ ਦੇ ਪ੍ਰੈਜ਼ੀਡੈਂਟ ਨੂੰ, ਉਹਨਾਂ ਨਾਲ ਇੰਟਰੈਕਸ਼ਨ ਕੀਤਾ। ਉਹਨਾਂ ਦਾ ਪ੍ਰੋਜੈਕਟ ਰਾਜਪੁਰ ਦੇ ਲਾਗੇ ਸ਼ੁਰੂ ਹੋ ਗਿਆ। ਉਹ BSA ਸਾਈਕਲਸ ਬਣਾਉਣਗੇ। ਆਪਣੀ ਲੋਕਲ ਹੋਮ ਗੋਨ ਕੰਪਨੀਜ਼ ਨੇ, ਸੋਨਾਲਿਕਾ, ਉਹਨਾਂ ਨੇ ਆਲਰੇਡੀ 300 ਕਰੋੜ ਰੁਪਏ ਲਾ ਕੇ ਐਕਸਪੈਂਡ ਕਰ ਲਿਆ ਹੈਗਾ। ਵਰਧਮਾਨ ਗਰੁੱਪ ਨੇ ਆਪਣਾ ਸਟੀਲ ਪਲਾਂਟ ਨੂੰ ਐਕਸਪੈਂਡ ਕੀਤਾ ਹੈਗਾ। ਠੀਕ ਹੈ, ਇਸੇ ਤਰ੍ਹਾਂ ਅਮੁਲ ਬਹੁਤ ਵੱਡੇ ਤਰੀਕੇ ਨਾਲ, ਅਮੁਲ ਨੇ ਆਲਰੇਡੀ ਇੱਕ ਪਲਾਂਟ ਉਹਨਾਂ ਦਾ ਚਾਲੂ ਹੋ ਗਿਆ ਜੀ ਬਟਾਲੇ। ਦੂਜਾ ਪਲਾਂਟ ਉਹਨਾਂ ਦਾ ਖਮਾਣੋ, ਉਹ MD ਸਾਹਿਬ ਦੱਸ ਰਹੇ ਸੀਗੇ ਕਿ ਨੈਕਸਟ ਵੀਕ ਚਾਲੂ ਕਰਨਗੇ। ਤੀਸਰਾ ਪਲਾਂਟ ਉਹਨਾਂ ਨੇ ਬਠਿੰਡੇ ਅਨਾਊਂਸ ਕਰਤਾ। ਕੱਲ੍ਹ ਤੁਸੀਂ ਸੁਣਿਆ ਕਿ ਵੀਡੀਓਕਾਨ ਨੇ ਅਨਾਊਂਸ ਕੀਤਾ ਕਿ ਉਹ ਆਪਣਾ ਮੋਬਾਈਲ ਮੈਨੂਫੈਕਚਰਿੰਗ ਔਰ ਸੈਟਅਪ ਮੈਨੂਫੈਕਚਰਿੰਗ ਪਲਾਂਟ ਇੱਥੇ ਲੈ ਕੇ ਆਉਣਗੇ। ਸੋ ਆਈ ਡੋਂਟ ਰੀਕਾਲ ਦ ਲਾਸਟ ਟਾਈਮ ਵੈਨ ਵੀ ਹਰਡ ਇੰਡੀਅਨ ਆਇਲ ਇਜ਼ ਕਮਿੰਗ ਟੂ ਪੰਜਾਬ, ਨੈਰੋਲੈਕ ਪੇਂਟਸ ਇਜ਼ ਕਮਿੰਗ ਟੂ ਪੰਜਾਬ। I don't recall. There are so many more names. Welspun, Azure, Punj Lloyd, Solar Direct। ਸਾਡੇ ਕੋਲ ਇਹ ਸਾਰੇ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਨੇ ਜੀ। ਨੈਰੋਲੈਕ ਤੇ ਇੰਡੀਅਨ ਆਇਲ ਨੂੰ ਲੈਂਡ ਅਲਾਟ ਹੋ ਗਈ ਹੈ, ਉਹਨਾਂ ਦਾ ਕੰਮ ਸ਼ੁਰੂ ਹੋ ਜਾਏਗਾ। ਇਨਫੈਕਟ ਬੜੀ ਇੰਟਰਸਟਿੰਗ ਗੱਲ ਹੋਈ ਜਦ ਅਸੀਂ ਇੰਡੀਅਨ ਆਇਲ ਨੂੰ ਲੈਂਡ ਅਲਾਟ ਕੀਤੀ, ਵੀ ਅਲਾਟਡ them to them land pre-cleared site in 20 days। ਤੇ ਜਦ ਉਹਨਾਂ ਨੂੰ ਡਿਪਟੀ CM ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਚਿੱਠੀ ਦਿੱਤੀ ਤੇ ਉਹਨਾਂ ਨੂੰ ਕਿਹਾ ਜੀ ਆਹ ਫੜੋ ਚਿੱਠੀ, ਤੇ ਆਹ ਨਾਲ ਤੁਹਾਡੀ ਕਲੀਅਰੈਂਸਿਸ ਨੇ ਪੋਲਿਊਸ਼ਨ ਦੀਆਂ, ਫੋਰੈਸਟ ਦੀਆਂ, ਬਿਜਲੀ ਦੀਆਂ, ਚੇਂਜ ਆਫ ਲੈਂਡ ਯੂਜ਼ ਦੀਆਂ, ਤੇ ਤੁਸੀਂ ਜੀ ਹੁਣੇ ਤੋਂ ਆਪਣੀ ਪ੍ਰੋਜੈਕਟ ਸ਼ੁਰੂ ਕਰ ਸਕਦੇ ਹੋ। ਤੇ ਉਹਨਾਂ ਦੇ ਐਗਜ਼ੈਕਟਿਵ ਡਾਇਰੈਕਟਰ ਹੈਰਾਨ ਰਹਿ ਗਏ। ਉਹ ਕਹਿੰਦੇ ਜੀ ਬਟ ਆਈ ਐਮ ਸੌਰੀ, ਮੈਂ ਅੱਜ ਤਾਂ ਨਹੀਂ ਸ਼ੁਰੂ ਕਰ ਸਕਦਾ। ਤੇ ਕਿ ਜੀ ਕਿਉਂ? ਉਹ ਕਹਿੰਦਾ ਜੀ ਮੈਂ ਤਾਂ ਜਦ ਪਿਛਲੇ ਮਹੀਨੇ ਅਪਲਾਈ ਕੀਤਾ ਸੀਗਾ, ਮੈਂ ਸੋਚਿਆ ਸੀਗਾ ਕਿ ਸਾਲ 1.5 ਸਾਲ ਲੱਗ ਜਾਣੇ ਲੈਂਡ ਅਲਾਟ ਹੋਣ ਨੂੰ, ਤੇ 4-6 ਮਹੀਨੇ 'ਚ ਮੇਰੇ ਬੋਰਡ ਦੀ ਅਪਰੂਵਲ ਆਊਗੀ। ਮੈਂ ਤਾਂ ਜੀ ਹਾਲੇ ਆਪਣੇ ਬੋਰਡ ਦਾ ਏਜੰਡਾ ਨਹੀਂ ਤਿਆਰ ਕੀਤਾ, ਤੇ ਤੁਸੀਂ ਮੈਨੂੰ ਲੈਂਡ ਅਲਾਟ ਕਰਕੇ ਫੜਾਤੀ। ਸੋ ਹੁਣ ਮੈਂ ਜੀ ਆਪਣੇ ਬੋਰਡ ਤੋਂ ਛੇਤੀ ਕਲੀਅਰੈਂਸ ਲਊਂਗਾ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਬੋਰਡ ਤੋਂ। ਇੰਡੀਅਨ ਆਇਲ ਕਾਰਪੋਰੇਸ਼ਨ 100 ਕਰੋੜ ਰੁਪਇਆ ਲਗਾ ਕੇ ਬੋਟਲਿੰਗ ਪਲਾਂਟ ਲਗਾ ਰਹੇ ਨੇ ਜੀ ਗੋਇੰਦਵਾਲ ਸਾਹਿਬ 'ਚ, ਤੇ ਨੈਰੋਲੈਕ ਵੀ ਉੱਥੇ ਹੀ ਗੋਇੰਦਵਾਲ ਸਾਹਿਬ 300 ਕਰੋੜ ਰੁਪਏ ਦਾ ਬੜਾ ਮਾਡਰਨ, ਅਲਟਰਾ ਮਾਡਰਨ ਪੇਂਟਸ ਮੈਨੂਫੈਕਚਰਿੰਗ ਪਲਾਂਟ ਲਗਾ ਰਹੇ ਨੇ। ਪ੍ਰੀ ਕਲੀਅਰਡ ਸਾਈਟਸ ਕਿੰਨੀਆਂ ਨੇ? ਕਿੰਨੀ ਜ਼ਮੀਨ ਤੁਸੀਂ ਉਹਦੇ 'ਚ ਰੱਖੀ ਹੈ? ਤਕਰੀਬਨ 2500 ਏਕੜ ਦੀ ਜ਼ਮੀਨ ਸਾਡੇ ਕੋਲ ਹੁਣ ਪ੍ਰੀ ਕਲੀਅਰਡ ਸਾਈਟਸ ਨੇ। ਇਹ ਪ੍ਰੀ ਕਲੀਅਰਡ ਸਾਈਟਸ ਵੀ ਇੰਡੀਆ ਦੇ ਵਿੱਚ ਫਸਟ ਕਨਸੈਪਟ ਹੈ ਕਿ ਜਿੱਥੇ ਅਸੀਂ ਜਦ ਕਿਸੇ ਵੀ ਇੰਡਸਟਰੀ ਨੂੰ ਲੈਂਡ ਅਲਾਟ ਕਰਦੇ ਹਾਂ, ਉਹਨੂੰ ਕਲੀਅਰੈਂਸਿਸ ਨਾਲ ਦੀ ਨਾਲ ਦਿੰਦੇ ਹਾਂ। ਅਕਸਰ ਇਹ ਹੁੰਦਾ ਸੀ ਕਿ ਜਦ ਇੰਡਸਟਰੀਸਟ ਨੂੰ, ਕਿਸੇ ਨੂੰ ਇੰਡਸਟਰੀਅਲ ਲੈਂਡ ਅਲਾਟ ਹੋ ਜਾਂਦੀ ਸੀ, ਉਸ ਤੋਂ ਬਾਅਦ ਉਹ ਪੋਲਿਊਸ਼ਨ ਲਈ ਅਪਲਾਈ ਕਰਦਾ ਸੀ, ਫਿਰ ਫੋਰੈਸਟ ਲਈ ਕਰਦਾ ਸੀ, ਫਿਰ ਪਾਵਰ ਲਈ ਕਰਦਾ ਸੀ, ਫਿਰ ਚੇਂਜ ਆਫ ਲੈਂਡ ਯੂਜ਼ ਹੁੰਦਾ ਸੀ। ਔਰ ਅਕਸਰ ਇਹਨਾਂ 'ਚ ਕਈ ਆਪਰੇਸ਼ਨ ਕਲੀਅਰੈਂਸਿਸ ਪੈਰਲਲੀ ਮਿਲਦੀਆਂ ਨੇ, ਕਈ ਕਲੀਅਰੈਂਸਿਸ ਸੀਰੀਅਲੀ ਮਿਲਦੀਆਂ ਨੇ, ਇੱਕ ਮਿਲੂਗੀ ਫਿਰ ਦੂਜੀ ਮਿਲੂਗੀ। ਸੋ ਕਈ ਵਾਰ ਬਹੁਤ ਸਮਾਂ ਲੱਗ ਜਾਂਦਾ ਸੀਗਾ, ਸਾਡੇ ਵੀ ਲੱਗ ਜਾਂਦਾ ਸੀਗਾ ਪਹਿਲਾਂ, ਤੇ ਦੂਜੀਆਂ ਸਟੇਟਾਂ 'ਚ ਵੀ ਲੱਗਦਾ ਹੈਗਾ। ਅਸੀਂ ਹੁਣ ਇਹ ਸਾਰੀਆਂ ਪ੍ਰੀ ਕਲੀਅਰਡ ਸਾਈਟਸ ਕਰ ਦਿੱਤੀਆਂ ਨੇ, ਵਿਚ ਮੀਨਸ ਜਿੱਦਣ ਅਸੀਂ ਤੁਹਾਨੂੰ ਲੈਂਡ ਅਲਾਟ ਕੀਤੀ, ਨਾਲ ਤੁਹਾਨੂੰ ਅਸੀਂ ਉਹ ਅਪਰੂਵਲ ਦੀ ਚਿੱਠੀ ਦਿੱਤੀ, ਸੋ ਯੂ ਕੈਨ ਸਟਾਰਟ ਯੋਰ ਪ੍ਰੋਜੈਕਟ ਫਰੋਮ ਡੇ 1। ਸੋ ਦਿਸ ਇਜ਼ ਅ ਬਿਗ ਗੇਮ ਚੇਂਜਰ ਫॉर ਅਸ। ਆਈ ਥਿੰਕ ਜਿਹੜੀ ਗਵਰਨਮੈਂਟ ਨੇ ਇਹ ਪਾਲਿਸੀ ਪ੍ਰੀ ਕਲੀਅਰਡ ਸਾਈਟਸ ਦੀ ਸਰਕਾਰ ਲੈ ਕੇ ਆਈ ਹੈਗੀ ਹੈ, ਉਹਦੇ ਨਾਲ ਸਨਅਤਕਾਰ ਦਾ ਜਿਹੜਾ ਟਾਈਮ ਜਿਹੜਾ ਪਹਿਲਾਂ ਵੇਸਟ ਹੁੰਦਾ ਸੀਗਾ ਉਹਦਾ, ਕਿਉਂਕਿ ਦੇਖੋ ਕਾਸਟ ਆਫ ਕੈਪੀਟਲ ਦਾ ਲੋਨ ਅਪਰੂਵਲ ਹੋ ਜਾਂਦਾ ਹੈਗਾ,
ਉਹਨੇ ਮਸ਼ੀਨ ਦਾ ਆਰਡਰ ਦੇ ਦਿੱਤਾ ਹੁੰਦਾ, ਕਈ ਵਾਰ ਮਸ਼ੀਨਰੀ ਆ ਜਾਂਦੀ ਹੈ, ਪਹਿਲਾਂ ਲੋਨ ਆ ਜਾਂਦਾ, ਇੱਥੇ ਸਾਈਟ ਕਲੀਅਰ ਨਹੀਂ ਹੁੰਦੀ, ਇੰਟਰਸਟ ਕਾਸਟ ਉਹਨੂੰ ਡਿਊਰਿੰਗ ਕੰਸਟਰਕਸ਼ਨ IDC ਪੈਂਦਾ ਹੈਗਾ। ਇਹ ਸਾਰੀ ਚੀਜ਼ਾਂ ਦਾ ਸਨਅਤਕਾਰ ਦੀ ਜਿਹੜੀ ਐਫੀਸ਼ੀਐਂਸੀ ਹੈ ਔਰ ਉਹਦੀ ਵਾਇਬਿਲਿਟੀ ਹੈ, ਉਹਦੇ ਬਹੁਤ ਵੱਡਾ ਇੰਪੈਕਟ ਹੋਇਆ। ਅਗਰ ਮੈਂ ਸੈਕਟਰ ਵਾਈਜ਼ ਗੱਲ ਕਰਾਂ, ਪੂਰੀ ਇਸ ਸਮਿਟ ਦੇ ਦੌਰਾਨ ਜਾਂ ਪਿਛਲੇ ਟਾਈਮ ਦੇ ਜਿੰਨੇ ਪੀਰੀਅਡ ਦੀ ਤੁਸੀਂ ਗੱਲ ਕਰ ਰਹੇ ਹੋ, ਸਭ ਤੋਂ ਜ਼ਿਆਦਾ ਫੋਕਸ ਕਿਹੜੇ ਸੈਕਟਰ ਤੇ ਹੈ? ਦੇਖੋ ਜਾਂ ਪ੍ਰੈਫਰੈਂਸ ਕਿਸ ਨੂੰ ਮਿਲੀ ਹੈ? ਦੇਖੋ evidently, and I have no hesitation saying, and it's no surprise, our focus is on agri and food processing। ਬੜੀ ਸਿੰਪਲ ਜੀ ਗੱਲ ਹੈ ਜੀ। ਝਾਰਖੰਡ ਦੇ ਵਿੱਚ ਤੇ ਛੱਤੀਸਗੜ੍ਹ ਦੇ ਵਿੱਚ ਜੇ ਆਇਰਨ ਔਰ ਤੇ ਕੋਲ ਦੀਆਂ ਮਾਈਨਸ ਨੇ, ਤੇ ਉੱਥੇ ਆਇਰਨ ਸਟੀਲ ਇੰਡਸਟਰੀ ਦਾ ਹੀ ਲੌਜੀਕਲੀ ਮਸ਼ਰੂਮ ਕਰਨਾ, ਜਾਂ ਉੱਥੇ ਅਗਰ ਬਾਕਸਾਈਟ ਮਾਈਨਸ ਨੇ ਤਾਂ ਐਲੂਮੀਨੀਅਮ ਇੰਡਸਟਰੀ ਉੱਥੇ ਆਊਗੀ। ਹੁਣ ਮੇਰੇ ਇੱਥੇ ਤਾਂ ਐਲੂਮੀਨੀਅਮ ਇੰਡਸਟਰੀ ਆਉਣ ਨਹੀਂ ਲੱਗੀ ਜੀ, ਮੇਰੇ ਕੋਲ ਤਾਂ ਬਾਕਸਾਈਟ ਮੈਂ ਹੈ ਨਹੀਂ, ਮੇਰੇ ਕੋਲ ਤਾਂ ਇੱਥੇ ਫੂਡ ਗ੍ਰੇਨਸ ਹੈਗੇ, ਮੇਰੇ ਕੋਲ ਤਾਂ ਇੱਥੇ ਫੂਡ ਹੈ, ਵੀਟ ਹੈ, ਰਾਈਸ ਹੈ, ਵੈਜੀਟੇਬਲਸ ਨੇ, ਫਰੂਟਸ ਨੇ। ਔਰ ਜਿਹੜਾ ਇੱਥੇ ਦਾ ਸਾਡਾ ਕਿਸਾਨ ਹੈ, ਉਹਨੂੰ ਅੱਜ ਜ਼ਰੂਰਤ ਇਹ ਹੈਗਾ ਕਿ ਉਹਦਾ ਜਿਹੜਾ ਪ੍ਰੋਡਿਊਸ ਹੈ, ਉਹਨੂੰ ਉਹਦੇ 'ਚ ਅਗਰ ਹਾਈ ਵੈਲਿਊ ਐਡੀਸ਼ਨ ਹੋਊਗੀ ਤੇ ਉਹਨੂੰ ਦੇ ਰਿਟਰਨਸ ਜ਼ਿਆਦਾ ਮਿਲਣਗੀਆਂ। ਤੁਸੀਂ ਅਗਰ ਉਹਨਾਂ ਕਿਸਾਨਾਂ ਨਾਲ ਗੱਲ ਕਰੋਗੇ ਜਿਹੜੇ ਵੈਜੀਟੇਬਲ ਗਰੋ ਕਰਦੇ ਨੇ ਔਰ ਸਪਲਾਈ ਕਰਦੇ ਨੇ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ, ਦੇ ਅਰਨ ਮਚ ਮੋਰ ਦੈਨ ਨਾਰਮਲ ਫਾਰਮਰ ਜਿਹਦੀ ਜਿਹੜੇ ਸਿਰਫ MSP ਤੇ ਕਰਦੇ। ਸੋ ਸਾਡੇ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਬਹੁਤ ਵੱਡੇ ਤਰੀਕੇ ਨਾਲ ਬੜਾਵਾ ਦਈਏ। 3 ਬਹੁਤ ਵੱਡੇ ਫੂਡ ਪਾਰਕ ਨੂੰ ਪੰਜਾਬ 'ਚ ਆ ਰਹੇ ਨੇ, ਇੱਕ ਆਲਰੇਡੀ ਹੋ ਗਿਆ ਹੈਗਾ, 2 ਐਟ ਲਾਡੋਵਾਲ, ਉਹ ਜਿਹੜਾ ਪੰਜਾਬ ਐਗਰੋ ਇੰਡਸਟਰੀਜ਼ ਕੋਆਪਰੇਸ਼ਨ ਕਰ ਰਹੀ ਹੈ, ਦੂਜਾ ਬਾਈ ਸੁਖਜੀਤ ਸਟਾਰਚ ਲਿਮਿਟਿਡ ਨੀਅਰ ਫਗਵਾੜਾ। ਦੋਨੋਂ ਮੈਗਾ ਫੂਡ ਪਾਰਕ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਨੇ ਅਪਰੂਵ ਕਰ ਦਿੱਤੇ ਨੇ, ਉਹਨਾਂ ਦਾ ਕੰਮ ਚਾਲੂ ਹੋਣ ਵਾਲਾ ਹੈਗਾ। ਉੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਆਊਗੀ। ਬਿਟਵੀਨ ਲੁਧਿਆਣਾ, ਫਗਵਾੜਾ ਤੇ ਅੱਗੇ ਕਪੂਰਥਲਾ ਅਗਰ ITC ਨੂੰ ਅਸੀਂ ਦੇਖੀਏ, ਆਈ ਥਿੰਕ ਦਿਸ ਰੀਅਲੀ ਇਨ ਦ ਸੈਂਟਰ ਹਾਰਟ ਆਫ ਦ ਸਟੇਟ ਇੱਕ ਬਹੁਤ ਵੱਡਾ ਫੂਡ ਪ੍ਰੋਸੈਸਿੰਗ ਕਲਸਟਰ ਡਿਵੈਲਪ ਹੋ ਰਿਹਾ ਹੈਗਾ। ਐਂਡ ਆਈ ਥਿੰਕ ਇਹਦੇ ਨਾਲ ਕਿਸਾਨ ਨੂੰ ਬਹੁਤ ਇਨਸੈਂਟਿਵ ਮਿਲੇਗਾ, ਬਿਕੋਜ਼ ਚਾਹੇ ਉਹ ਵੀਟ ਹੈ ਉਹਦੀ, ਚਾਹੇ ਮੇਜ਼ ਕੱਲ੍ਹ ਨੂੰ ਗਰੋ ਕਰਦੇ ਨੇ ਉਹ, ਬਿਕੋਜ਼ ਬੜੀ ਇੰਪੋਰਟੈਂਟ ਹੈ ਜੇ ਆਪਾਂ ਡਾਇਵਰਸੀਫਿਕੇਸ਼ਨ ਆਫ ਐਗਰੀਕਲਚਰ ਦੀ ਗੱਲ ਕਰਦੇ ਹਾਂ, ਵੀ ਹੈਵ ਟੂ ਇਨਸ਼ੋਰ ਕਿ ਜਦ ਕਿਸਾਨ ਡਾਇਵਰਸੀਫਾਈ ਕਰੇਗਾ, ਉਹਦਾ ਡਾਇਵਰਸੀਫਾਈਡ ਪ੍ਰੋਡਕਟ ਫੂਡ ਪ੍ਰੋਸੈਸਿੰਗ ਇੰਡਸਟਰੀ ਚੁੱਕੇ। ਸੋ ਸਾਡਾ ਐਮਫੈਸਿਸ ਇਹ ਹੈਗਾ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਆਵੇ। ਸਾਡੇ ਕੋਲ ਇੱਕ ਅਮਰੀਕਨ ਕੰਪਨੀ ਹੈ ਜਿਹੜੀ ਆਰਗੈਨਿਕ ਫੂਡਸ ਔਰ ਰੈਡੀ ਟੂ ਈਟ ਫੂਡਸ ਦੇ ਵਿੱਚ ਕਾਫੀ ਉਹਨੂੰ ਐਕਸਪਰਟੀਜ਼ ਹਾਸਲ। ਇਟ ਇਜ਼ ਦ ਸੈਕੰਡ ਲਾਰਜੈਸਟ ਅਮਰੀਕਨ ਕੰਪਨੀ। ਦੇ ਆਰ ਇਨ ਕੰਟੈਕਟ ਵਿਦ ਅਸ, ਦੇ ਆਰ ਲੁਕਿੰਗ ਫॉर अपॉर्चुनिटीज़ ਇਨ ਪੰਜਾਬ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਉਸਕਾ ਪੰਜਾਬ ਨੂੰ ਐਗਰੀਕਲਚਰ ਸਟੇਟ ਕਹਿ ਕੇ ਜਾਂ ਮੰਨ ਕੇ ਚੱਲਦੇ ਆ, ਪਰ ਐਗਰੀਕਲਚਰ ਸਟੇਟ ਮੈਨੂੰ ਲੱਗਦਾ ਕਾਗਜ਼ਾਂ ਦੇ ਵਿੱਚ ਰਹਿ ਗਈ ਹੈ। ਉਹਨੂੰ ਗਰਾਊਂਡ ਲੈਵਲ ਤੇ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਕਦੋਂ ਤੱਕ ਆਪਾਂ ਸੈਂਟਰ ਤੇ ਟੇਕ ਰੱਖਾਂਗੇ ਜਾਂ ਸਰਕਾਰਾਂ ਵੱਲ ਦੇਖਾਂਗੇ ਕਿ ਉਹ ਫੰਡ ਦੇਣਗੀਆਂ, ਫਿਰ ਅਸੀਂ ਡਾਇਵਰਸੀਫਿਕੇਸ਼ਨ ਨੂੰ ਬੜਾਵਾ ਦੇਵਾਂਗੇ। ਸੋ ਇਹਨਾਂ ਚੀਜ਼ਾਂ ਨੂੰ ਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਕਿਸਾਨ ਉਸ ਦੇ ਨਾਲ ਜੁੜਨ ਔਰ ਆਪਣੀ ਸਿੱਧੀ ਫਸਲ ਵੇਚਣ। ਵਿਜੇ ਜੀ ਤੁਸੀਂ ਬਿਲਕੁਲ ਐਬਸੋਲੂਟਲੀ, ਯੂ ਆਰ ਐਬਸੋਲੂਟਲੀ ਰਾਈਟ। ਕਿ ਟੈਕਸ ਫ੍ਰੀ ਕਰਨ ਦਾ ਫੈਸਲਾ ਇਸੇ ਮਕਸਦ ਨਾਲ ਜੁੜਿਆ ਹੋਇਆ। ਐਬਸੋਲੂਟਲੀ ਰਾਈਟ, ਐਬਸੋਲੂਟਲੀ ਰਾਈਟ। ਦੇਖੋ ਇਟ ਇਜ਼ ਇੰਪੋਰਟੈਂਟ ਫॉर ਅਸ ਕਿ ਜਿੰਨਾ ਅਸੀਂ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਬੜਾਵਾ ਦੇਵਾਂਗੇ, ਹੈ ਕਿ ਜਦ ਐਗਰੀਕਲਚਰ ਔਰ ਫੂਡ ਜਿਹੜਾ ਪ੍ਰੋਡਿਊਸ ਹੁੰਦਾ ਹੈਗਾ, ਜਦ ਉਹਦੇ ਤੇ ਵੈਲਿਊ ਐਡੀਸ਼ਨ ਹੋਏਗੀ, ਜਦ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਹੋਏਗੀ, ਉਹਦੇ ਨਾਟ ਓਨਲੀ ਜਿਹੜਾ ਪ੍ਰਾਇਮਰੀ ਪ੍ਰੋਡਿਊਸਰ ਹੈ ਫਾਰਮਰ, ਉਹਨੂੰ ਫਾਇਦਾ ਹੋਏਗਾ, ਬਟ ਉਹਦੇ ਨਾਲ ਨਾਲ ਇਨ ਦ ਇੰਡਸਟਰੀ ਜੌਬਸ ਆਰ ਕ੍ਰੀਏਟਡ, ਦ ਲੋਕਲ ਯੂਥ ਇਜ਼ ਗੈਟਿੰਗ ਐਬਜ਼ੌਰਬਡ। ਔਰ ਜਦ ਇੰਡਸਟਰੀ ਲੱਗਦੀ ਹੈ ਉਹਦੇ ਨਾਲ ਐਂਸਿਲਰੀਜ਼ ਵੀ ਬਹੁਤ ਆਉਂਦੀਆਂ ਨੇ, ਟਰਾਂਸਪੋਰਟ ਹੋਏਗੀ, ਪ੍ਰੋਕਿਊਰਮੈਂਟ ਆਫ ਰॉ ਮਟੀਰੀਅਲ ਹੋਏਗੀ, ਪੈਕੇਜਿੰਗ ਇੰਡਸਟਰੀ ਹੁੰਦੀ ਹੈ, ਹੋਰ ਸਬਸੀਕੁਐਂਟਲੀ ਜਿਹੜੇ ਲੋਕ ਰਹਿਣਗੇ ਦੇ ਹੈਵ ਟੂ ਕੰਜ਼ਿਊਮ ਆਲਸੋ। ਹਾਊਸਿੰਗ ਸੈਕਟਰ ਤੇ ਵੀ ਡਿਮਾਂਡ ਵੱਧਦੀ ਹੈਗੀ ਹੈ। ਫॉर ਐਗਜ਼ਾਮਪਲ ਅਸੀਂ ਅਗਰ ਇਨਫੋਸਿਸ ਨੂੰ ਦੇਖੀਏ, ਬਿਟਵੀਨ ਇਨਫੋਸਿਸ, ਵੀਡੀਓਕੌਨ, ਜਦੋਂ ਮੋਹਾਲੀ ਚ ਆਉਣਗੇ, ਦੇਰ ਇਜ਼ ਗੋਇੰਗ ਟੂ ਬੀ ਅਗੇਨ ਅ ਟਰਮੈਂਡਸ ਰਾਈਜ਼ ਇਨ ਦ ਡਿਮਾਂਡ ਫॉर ਹਾਊਸਿਸ ਇਨ ਮੋਹਾਲੀ ਏਰੀਆ। ਸੋ ਇਹਦੇ ਨਾਲ ਸਾਰੀ ਇਕੋਨਮੀ ਨੂੰ ਓਵਰਆਲ ਜਿਹੜਾ ਹੈਗਾ ਉਹ ਇਨਸੈਂਟਿਵ ਮਿਲਦਾ ਹੈ। IT ਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ। ਈਵਨ ਮੋਦੀ ਸਾਹਿਬ ਰੋਜ਼ ਆਪਣੀ ਸਟੇਟਮੈਂਟ ਦੇ ਵਿੱਚ ਮੇਕ ਇਨ ਇੰਡੀਆ ਦੀ ਕੈਂਪੇਨ ਹੈ ਨਾ, ਤੁਸੀਂ ਮੇਕ ਇਨ ਪੰਜਾਬ ਸ਼ੁਰੂ ਕੀਤਾ ਹੈ। ਸੋ ਉਸ ਦੇ ਵਿੱਚ IT ਨੂੰ ਕਿੱਥੇ ਰੱਖ ਕੇ ਚੱਲ ਰਹੇ ਹੋ? ਦੇਖੋ, ਟੁਡੇਜ਼ ਵਰਲਡ ਇਜ਼ ਡਿਜੀਟਲ ਵਰਲਡ, and as they say, the whole world is now a global village, and I think Punjab is really going to have a prime place, because ਆਪਣੇ ਕੋਲ ਪਹਿਲਾਂ ਫਿਜ਼ੀਕਲ ਇਨਫਰਾਸਟ੍ਰਕਚਰ ਸੀਗਾ, that we were very good in terms of road network. ਪੰਜਾਬ ਦਾ road network ਹਮੇਸ਼ਾ ਤੋਂ ਹੀ ਬਹੁਤ ਮਸ਼ਹੂਰ ਰਿਹਾ ਹੈਗਾ। It has been very, we have the highest road density in the country.
ਉਸ ਤੋਂ ਇਲਾਵਾ ਪੰਜਾਬ ਇਜ਼ ਪਰਹੈਪਸ ਦ ਓਨਲੀ ਸਟੇਟ ਜਿੱਥੇ ਐਵਰੀ ਵਿਲੇਜ ਇਜ਼ ਨਾਟ ਓਨਲੀ ਕਨੈਕਟਡ ਬਾਈ ਫੁੱਲ ਆਲ ਵੈਦਰ ਰੋਡ, ਬਟ ਮੇਰੇ ਖਿਆਲ 'ਚ ਸਾਰਿਆਂ ਪਿੰਡਾਂ ਦੇ ਵਿੱਚ ਡਬਲ ਲਿੰਕਸ ਵੀ ਹੋਣਗੇ, ਸ਼ਾਇਦ ਜ਼ਿਆਦਾ ਵੀ ਹੋਣ ਕਈ ਜਗ੍ਹਾ 'ਤੇ ਤਾਂ। ਏਅਰਪੋਰਟਸ ਕਨੈਕਟੀਵਿਟੀ ਇਨ ਅ ਸਮall state to international airports, very important for us. But now what is going to be the game changer for us is the teleconnectivity. You see, ਜਿਹੜੀ ਇਹ 4G connectivity ਪੰਜਾਬ ਦੇ ਵਿੱਚ ਆ ਜਾਣੀ ਹੈਗੀ ਹੈ by the end of this year or early January next year, this is going to be game changer. And today's world is information world. Just ਸੋਚੋ ਤੁਸੀਂ ਵੀ ਅੱਜ ਵੀ ਆਪਾਂ ਸਾਰੇ ਇੰਟਰਨੈਟ ਨੂੰ ਕਿੰਨਾ ਯੂਜ਼ ਕਰਦੇ ਹਾਂ। ਤੁਸੀਂ ਟਿਕਟ ਬੁੱਕ ਕਰਾਉਣੀ ਹੋਵੇ, ਟ੍ਰੇਨ ਦੀ ਕਰਾਉਣੀ ਹੋਵੇ, ਏਅਰ ਟਿਕਟ ਕਰਾਉਣੀ ਹੋਵੇ, ਤੁਸੀਂ ਕੁਝ ਆਰਡਰ ਕਰਨਾ ਹੋਵੇ, ਦ ਵਰਲਡ ਹੈਜ਼ ਚੇਂਜਡ। ਔਰ ਕੱਲ੍ਹ ਅਸੀਂ ਦੇਖਿਆ ਸਟਾਰਟਅਪ ਸੈਸ਼ਨ ਦੇ ਵਿੱਚ ਕਿੰਨੀ IT ਦੀ ਗੱਲ ਹੋ ਰਹੀ ਸੀਗੀ। ਜਦ ਇਹ 4G ਦੀ ਕਨੈਕਟੀਵਿਟੀ ਸਾਰੇ ਪਿੰਡਾਂ 'ਚ ਪਹੁੰਚ ਜੂਗੀ, ਐਵਰੀ ਸਕੂਲ, ਐਜ਼ ਦ ਡਿਪਟੀ CM said yesterday, every school, every village, every hospital would be connected. You are connected to the whole world. Knowledge, ਤੁਸੀਂ ਇੱਥੇ ਬੈਠ ਕੇ ਲੌਂਗ ਡਿਸਟੈਂਸਿਸ ਕੋਰਸਿਸ ਕਰ ਸਕਦੇ ਹੋ। ਤੁਸੀਂ ਸੋਚੋ ਵੀ ਜਿਹੜਾ ਪਿੰਡ ਦਾ ਬੱਚਾ ਆਪਣਾ ਫਿਜ਼ੀਕਲੀ ਅਗਰ ਨਹੀਂ ਸੀ ਅਫੋਰਡ ਕਰ ਸਕਦਾ to go to a distant college or a university to study, he has the opportunity to read and gain that knowledge sitting in his village. Just think about it. Think about the possibilities. ਅੱਜ ਆਪਾਂ ਲੋਕ ਆਪਣੇ ਬੱਚੇ, even my children, your family children, your children would have access to so much of knowledge because of the internet, because of the high connectivity that we have. This is going to be a game changer, I think, for Punjab. ਅਗਰ ਮੈਂ ਇੱਕ ਪਰਸੈਂਟੇਜ ਵਾਈਜ਼ ਡਿਵਾਈਡ ਕਰਨਾ ਚਾਹਾਂ ਬਾਕੀ ਸੈਕਟਰਸ ਨੂੰ, ਤੇ ਜਿਵੇਂ ਤੁਸੀਂ ਫੂਡ ਪ੍ਰੋਸੈਸਿੰਗ ਦੀ ਗੱਲ ਕੀਤੀ, IT ਦੀ ਗੱਲ ਕੀਤੀ, ਕਿੰਨਾ ਪਰਸੈਂਟ ਨਿਵੇਸ਼ ਦੇ ਵਿੱਚ ਡਿਵਾਈਡ ਕਰਦੇ ਹੋ? I think overall in terms ਅਗਰ ਹੈਲਥ ਕੇਅਰ, ਐਜੂਕੇਸ਼ਨ, ਸਾਰੇ ਸੈਕਟਰ, ਮੇਰੇ ਖਿਆਲ 'ਚ ਜਿੱਥੇ ਤੱਕ ਅਗਰ if I can recall the figures correctly, ਤਕਰੀਬਨ ਮੇਰੇ ਹਿਸਾਬ ਨਾਲ 25 ਤੋਂ 30% would be in manufacturing, and I think almost 30%, 25% ਹੈਗਾ ਜਿਹੜਾ ਉਹ ਐਗਰੋ ਫੂਡ ਪ੍ਰੋਸੈਸਿੰਗ 'ਚ ਹੈ, ਅਤੇ 25-30% ਦੇ ਆਸ-ਪਾਸ ਹੀ ਹਾਊਸਿੰਗ ਸੈਕਟਰ 'ਚ ਹੋਣਾ, ਐਂਡ ਦ ਬੈਲੈਂਸ ਇਜ਼ ਆਫ ਕੋਰਸ ਇਜ਼ ਇਨ IT ਐਂਡ ਹੈਲਥ ਕੇਅਰ ਐਂਡ ਅਦਰ ਸੈਕਟਰਸ। ਦ ਇੰਪੋਰਟੈਂਟ ਥਿੰਗ ਹੇਅਰ ਇਜ਼ that many jobs are created in the food processing sector, in the manufacturing sector, and in the IT sector. Tourism and healthcare again are going to be very, very important sectors for Punjab. ਟੂਰਿਜ਼ਮ ਦੇ ਵਿੱਚ ਅਸੀਂ ਸਾਡਾ ਜਿਹੜਾ ਸੈਸ਼ਨ ਸੀ ਟੂਰਿਜ਼ਮ ਦਾ ਵਿੱਚ, ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਮਿਲਿਆ। ਆਈ ਮਸਟ ਟੈਲ ਯੂ ਵਨ ਥਿੰਗ that I have also attended a lot of summits. I have attended Vibrant Gujarat, Madhya Pradesh, others also. But I must say that the quality of discussion that happens in the sessions in Punjab was amazing. We were very lucky and fortunate to have as panelists some of the best people in that particular sector in the country. Whether it was manufacturing, you would be surprised to know we had the CEO of Siemens India as our panelist on the manufacturing panel. We had CEOs of top companies in life sciences panel in the country. We had the even skill development. Even in skill development, we had Mr. Manish Sabharwal, who's chairman of Team Lease, and who is on the Prime Minister's Advisory Council for Skill Development. He's actually the main person who is advising the Prime Minister on skill development. And ਤੁਸੀਂ ਉਹਨਾਂ ਨੂੰ ਸੁਣਿਆ ਵੀ ਹੋਣਾ ਵੈਲੀਡਿਕਟਰੀ ਸੈਸ਼ਨ ਤੇ, ਉਹਨਾਂ ਨੇ ਕਿੰਨੇ ਅੱਛੇ ਢੰਗ ਨਾਲ ਪੂਰੇ ਸਕਿੱਲ ਡਿਵੈਲਪਮੈਂਟ ਉਹਨੂੰ how we have to approach skill development in the country and the state, ਉਹਦੇ ਬਾਰੇ ਉਹਨਾਂ ਨੇ ਦੱਸਿਆ। and he's also indicated that ਜਿਹੜਾ ਮਾਡਲ ਪੰਜਾਬ ਹੁਣ ਅਪਣਾਉਣ ਜਾ ਰਿਹਾ ਹੈਗਾ by linking skill development centers with our ਸੇਵਾ ਕੇਂਦਰਸ and also by linking banks, ICICI bank ਬਹੁਤ ਵੱਡੇ ਤਰੀਕੇ ਨਾਲ ਸਾਡੇ ਨਾਲ ਆ ਰਿਹਾ ਹੈਗਾ, HDFC bank ਆ ਰਿਹਾ ਹੈਗਾ। Similarly, there are so many other companies, Centrum Learning ਹੈ, ਹੋਰ ਨੇ ਜਿਹੜੇ ਸਕਿੱਲ ਡਿਵੈਲਪਮੈਂਟ ਨਾਲ ਸਾਡੇ ਨਾਲ ਜੁੜੇ ਨੇ। This is really going to be very, very important because once we have our youth skilled, then they can have good quality jobs in the industry. ਆਪਣੀ ਇਸ ਗੱਲਬਾਤ ਦੇ ਦੌਰਾਨ ਇੱਕ ਲਫ਼ਜ਼ ਯੂਜ਼ ਕੀਤਾ ਸਟਾਰਟਅਪਸ, ਮੈਂ ਉਸ ਬਾਰੇ ਗੱਲ ਕਰਨਾ ਚਾਹੂੰਗਾ ਕਿਉਂਕਿ ਡਿਪਟੀ CM ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੇ ਵਿੱਚ ਸਟਾਰਟਅਪਸ ਦਾ ਜ਼ਿਕਰ ਕੀਤਾ ਔਰ 100 ਕਰੋੜ ਦੀ ਰਾਸ਼ੀ ਉਸ ਦੇ ਲਈ ਰੱਖੀ ਗਈ ਹੈ। ਸੋ ਉਹ ਸਟਾਰਟਅਪਸ ਕੀ ਹੈ ਔਰ ਇੰਡਸਟਰੀ ਦੇ ਵਿੱਚ ਉਸ ਦੇ ਨਾਲ ਕਿਸ ਤਰੀਕੇ ਨਾਲ ਬੂਮ ਆਉਣਾ ਹੈ। ਇੱਕ ਛੋਟਾ ਜਿਹਾ ਬ੍ਰੇਕ ਅਸੀਂ ਹੋਰ ਲੈਣਾ, ਬ੍ਰੇਕ ਤੋਂ ਬਾਅਦ ਤਿਵਾੜੀ ਸਾਹਿਬ ਨਾਲ ਸਾਡੀ ਇਹ ਗੱਲਬਾਤ ਇਸੇ ਤਰੀਕੇ ਨਾਲ ਜਾਰੀ ਰਹੇਗੀ। ਸਵਾਗਤ ਹੈ ਜੀ ਇੱਕ ਵਾਰ ਫਿਰ ਦਰਸ਼ਕਾਂ ਦਾ। ਸਾਡੀ ਗੱਲਬਾਤ ਚੱਲ ਰਹੀ ਹੈ ਅਨਿਰੁੱਧ ਤਿਵਾੜੀ ਹੋਰਾਂ ਨਾਲ, CEO ਇਨਵੈਸਟ ਪੰਜਾਬ। ਇਨਵੈਸਟਮੈਂਟ ਸਮਿਟ 2015 ਦੇ ਵਿੱਚ ਕੀ ਹੋਇਆ
ਕੀ ਅਚੀਵਮੈਂਟਸ ਨੇ ਸਰਕਾਰ ਦੀਆਂ ਔਰ ਅਗਲੇ ਦਿਨਾਂ ਦੇ ਵਿੱਚ ਕੀ ਚੁਣੌਤੀਆਂ ਨੇ, ਇਸ ਦਾ ਜ਼ਿਕਰ ਕਰਨਾ ਵੀ ਬੜਾ ਖਾਸ ਹੈ। ਤਿਵਾਰੀ ਸਾਹਿਬ, ਸਟਾਰਟਅਪਸ ਦੀ ਤੁਸੀਂ ਗੱਲ ਕੀਤੀ, ਸਟਾਰਟਅਪਸ ਕੀ ਹੈ ਬੇਸਿਕਲੀ ਕਨਸੈਪਟ? ਅਗਰ ਮੈਂ ਆਪਣੇ ਦਰਸ਼ਕਾਂ ਦੇ ਲਈ ਇੱਕ ਸਿੰਪਲ ਭਾਸ਼ਾ 'ਚ ਸਮਝਣਾ ਚਾਹਾਂ ਤਾਂ ਸਟਾਰਟਅਪਸ ਕੀ ਹੈ? ਦੇਖੋ, ਸਟਾਰਟਅਪ ਜਿਸ ਤਰ੍ਹਾਂ ਨੇਮ ਇੰਡੀਕੇਟ ਕਰਦਾ ਹੈਗਾ, ਜਿਹੜੀ ਵੀ ਐਂਟਰਪ੍ਰਾਈਜ਼ ਸ਼ੁਰੂ ਹੋਣ ਲੱਗੇ, ਔਰ ਐਂਟਰਪ੍ਰਾਈਜ਼ ਉਹ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈਗਾ, ਆਈਟੀ ਦਾ ਰਿਲੇਟਡ ਹੋ ਸਕਦਾ ਹੈਗਾ, ਟੈਕਨੋਲੋਜੀ ਨਾਲ ਰਿਲੇਟਡ ਹੋ ਸਕਦਾ, ਮੈਨੂਫੈਕਚਰਿੰਗ ਹੋ ਸਕਦਾ, ਕੁਝ ਵੀ ਹੋ ਸਕਦਾ, ਕੋਈ ਵੀ ਚੀਜ਼ ਜਿਹੜੀ ਸ਼ੁਰੂ ਕਰਨੀ ਹੈ। ਦਿੱਕਤ ਇਹ ਆਉਂਦੀ ਹੈ ਕਿ ਜਿਹੜੇ ਵੀ, ਅਗਰ ਤੁਹਾਡੇ ਕੋਲ ਕੋਈ ਆਈਡੀਆ ਆਇਆ, ਮੇਰੇ ਕੋਲ ਕੋਈ ਆਈਡੀਆ ਆਇਆ, ਆਪਣਾ ਉਸ ਆਈਡੀਆ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈਗਾ, ਉਹਦੇ ਲਈ ਉਸ ਨੂੰ ਸਾਰੇ ਨੂੰ ਉਸ ਆਈਡੀਆ ਨੂੰ ਔਰ ਇੰਪਲੀਮੈਂਟੇਸ਼ਨ ਨੂੰ ਉਹਨੂੰ ਸਟਾਰਟਅਪ ਕਹਿੰਦੇ ਨੇ। ਹੁਣ ਉਹਦੇ ਨੇ ਅਟਰੈਕਸ਼ਨ, ਉਹਦੇ 'ਤੇ ਅਟੈਂਸ਼ਨ ਇਸ ਲਈ ਫੋਕਸ ਹੋ ਰਹੀ ਹੈਗੀ ਹੈ ਕਿਉਂਕਿ ਉਹਦੇ 'ਚ ਇਨਵੈਸਟਮੈਂਟ ਹੋਣੀ ਸ਼ੁਰੂ ਹੋ ਗਈ ਹੈ ਅੱਛੇ ਆਈਡੀਆ ਦੇ ਵਿੱਚ। ਬਿਕੋਜ਼ ਜਿੱਦਾਂ ਕੱਲ੍ਹ ਵੀ ਕਿਹਾ ਜਾ ਰਿਹਾ ਸੀਗਾ ਕਿ ਇਟਸ ਆਲ ਅਬਾਊਟ ਆਈਡੀਆਜ਼। ਸੋ ਅਸੀਂ ਵੀ, ਔਰ ਇਹ ਯੂਥ ਨੂੰ ਇਨਵੋਲਵ ਕਰਦੇ, ਯੰਗਸਟਰਸ ਨੇ ਸਾਡੇ, ਇੰਜੀਨੀਅਰਿੰਗ ਕਾਲਜਿਸ ਦੇ ਵਿੱਚ ਨੇ, ਹੋਰ ਪ੍ਰੋਫੈਸ਼ਨਲ ਕਾਲਜਿਸ ਨੇ, ਬਿਜ਼ਨਸ ਕਾਲਜਿਸ ਦੇ ਵਿੱਚ ਨੇ, ਉਹਨਾਂ ਦੇ ਆਈਡੀਆਜ਼ ਨੂੰ ਕਿੱਦਾਂ ਇਨਵੈਸਟਰਸ ਦੇ ਸਾਹਮਣੇ ਲੈ ਕੇ ਆਉਣਾ। ਬਿਕੋਜ਼ ਅਦਰਵਾਈਜ਼ ਕਿਸੇ ਵੀ ਇਨਵੈਸਟਰ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਇੱਕ ਅੱਛਾ ਆਈਡੀਆ ਹੈਗਾ ਜਿਹਨੂੰ ਪ੍ਰੋਤਸਾਹਨ ਮਿਲ ਸਕਦਾ ਹੈਗਾ। ਮੇਰੇ ਕੋਲ ਆਈਡੀਆ ਹੈ, ਤੁਹਾਡੇ ਕੋਲ ਪੈਸਾ ਹੈ, ਇਹ ਦੋਨਾਂ ਨੂੰ ਇਕੱਠਾ ਕਿਵੇਂ ਕਰਨਾ ਹੈਗਾ, ਦੈਟਸ ਆਲ ਅਬਾਊਟ ਐਮਪਲੋਇਮੈਂਟ ਨਾਲ ਤੁਸੀਂ ਉਸ ਨੂੰ ਇਟਸ ਅਬਾਊਟ ਐਂਟਰਪ੍ਰਾਈਜ਼ ਜਨਰਲ, ਇਟ ਇਜ਼ ਆਲ ਅਬਾਊਟ ਐਂਟਰਪ੍ਰਾਈਜ਼ ਨੂੰ ਇਨਕਿਊਬੇਟ ਕਿਵੇਂ ਕਰਨਾ ਹੈਗਾ। ਮੇਰੇ ਕੋਲ ਆਈਡੀਆ ਹੈਗਾ, ਮੇਰੇ ਕੋਲ ਫੰਡ ਨਹੀਂ ਹੈਗਾ, ਤੁਹਾਡੇ ਕੋਲ ਫੰਡ ਹੈਗਾ, ਤੁਹਾਡੇ ਕੋਲ ਆਈਡੀਆ ਨਹੀਂ ਹੈਗਾ, ਕਿਵੇਂ ਇਕੱਠੇ ਹੋਏ ਹੈ, ਇਹਨੂੰ ਸਟਾਰਟਅਪ ਕਹਿੰਦੇ हैं, ताकि दोनों जने इकट्ठे होकर एक एंटरप्राइज बना लें। इस पूरी समिट के दौरान जिन्ने भी कैप्टनस ऑफ इंडस्ट्री आए ने, एक चीज़ का चलो पंजाबी बाय नेचर पंजाबी का जिक्र हर जगह ते हुंदा है, जिहड़े इंडियन एंटरप्रेन्योर ने उन्होंने पंजाब की बहुत तारीफ की है। जिहड़े फॉरेन इन्वेस्टर्स ने उन्हां दा की रुख रहा या पिछले 2 साल दे विच उन्हां दा रिस्पॉन्स की है? देखो, पिछले 2 सालों के विच असीं फॉरेन इन्वेस्टमेंट नूं टैप करने की कोशिश की थी। ਅਸੀਂ ਕਾਫੀ ਹੱਦ ਤੱਕ ਉਹਦੇ ਵਿੱਚ ਕਾਮਯਾਬ ਵੀ ਹੋ ਗਏ हैं। ਕੁਝ ਐਕੁਜ਼ੀਸ਼ਨਸ ਹੋਈਆਂ ਨੇ ਫੋਰਨ ਕੰਪਨੀਜ਼ ਦੁਆਰਾ, ਔਰ ਉਹ ਐਕੁਜ਼ੀਸ਼ਨਸ ਦਾ ਵੀ ਇੱਕ ਤਰੀਕਾ ਮਤਲਬ ਇਹੀ ਹੁੰਦਾ ਹੈਗਾ ਕਿ ਫੋਰਨਰ ਇੱਥੇ ਦੀ ਕੰਪਨੀਜ਼ ਨੂੰ, ਇੱਥੇ ਦੇ ਬਿਜ਼ਨਸ ਨੂੰ ਪੰਜਾਬ ਦੇ ਵਿੱਚ ਅੱਛਾ ਸਮਝਦਾ ਹੈ। ਮੌਲਸਨ ਕੂਡਸ ਇੱਕ ਬਹੁਤ ਵੱਡੀ ਕੰਪਨੀ ਹੈਗੀ ਹੈ, ਉਹਨੇ ਪੰਜਾਬ ਦੇ ਵਿੱਚ ਇਨਵੈਸਟ ਕੀਤਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬੁੰਗੀ ਮਲਟੀਨੈਸ਼ਨਲ ਹੈਗੀ ਹੈ, ਉਹਨੇ ਇਨਵੈਸਟ ਕੀਤਾ ਹੋਇਆ ਹੈਗਾ ਪੰਜਾਬ ਦੇ ਵਿੱਚ। ਅਸੀਂ ਵੀ ਡਿਫਰੈਂਟ ਕੰਟਰੀਜ਼ ਗਏ ਸੀਗੇ, ਕੋਰੀਆ ਗਏ ਸੀ ਡਿਪਟੀ ਸੀਐਮ ਸਾਹਿਬ, ਇੰਡਸਟਰੀਜ਼ ਮਿਨਿਸਟਰ ਸਾਹਿਬ ਚਾਈਨਾ ਗਏ ਸੀਗੇ, ਡਿਪਟੀ ਸੀਐਮ ਸਾਹਿਬ ਪੋਲੈਂਡ ਤੇ ਹੰਗਰੀ ਵੀ ਗਏ ਸੀਗੇ। ਉੱਥੋਂ ਵੀ ਇਸ ਵਾਰ ਡੈਲੀਗੇਸ਼ਨਸ ਆਈਆਂ, ਔਰ ਪੋਲੈਂਡ ਤੋਂ ਤਾਂ ਇੱਕ ਬਹੁਤ ਵੱਡੀ ਡੈਲੀਗੇਸ਼ਨ ਆਈ, ਉਹਨਾਂ ਦੇ ਸਟੇਟ ਮਿਨਿਸਟਰ ਆਫ ਇਕੋਨਮੀ ਉਹਨੂੰ ਲੀਡ ਕਰ ਰਹੇ ਸੀਗੇ। ਬਹੁਤ ਅੱਛਾ ਇੰਟਰੈਕਸ਼ਨ ਹੈ ਪੋਲੈਂਡ ਦੇ ਸੈਸ਼ਨ ਦੇ ਵਿੱਚ, ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਲੈਂਡ ਤੇ ਪੰਜਾਬ ਦੀ ਕੰਪਨੀਜ਼ ਦਾ ਆਪਸ ਦੇ ਵਿੱਚ ਟਾਈ ਅਪ ਹੋਏਗਾ। ਮੈਨੂੰ ਬਾਅਦ ਦੇ ਵਿੱਚ ਲੋਕਾਂ ਨੇ ਸਵਾਲ ਵੀ ਕੀਤੇ, ਮੈਨੂੰ ਰਿਕੁਐਸਟ ਵੀ ਆਈਆਂ ਨੇ, ਹੰਗਰੀ ਤੋਂ ਆਏ ਨੇ। ਤੁਸੀਂ ਦੇਖਿਆ ਹੋਣਾ ਹੰਗਰੀ ਤੋਂ ਇੱਕ ਗਰੁੱਪ ਆਇਆ ਸੀ, ਉਹਦਾ ਅਪੋਲੋ ਦੇ ਹਸਪੀਟਲਸ ਦੇ ਐਗਜ਼ੈਕਟਿਵ ਵਾਈਸ ਚੇਅਰਮੈਨ ਮੈਡਮ ਆਏ ਸੀ, ਉਹਨਾਂ ਨਾਲ ਉਹਨਾਂ ਦੀ ਉੱਥੇ ਹੀ ਇੰਟਰੈਕਸ਼ਨ ਸ਼ੁਰੂ ਹੋ ਗਈ ਸੀਗੀ। ਸੋ ਦੀਜ਼ ਕੋਰੀਅਨਸ ਆ ਰਹੇ ਨੇ, ਆਈ ਐਮ ਸ਼ੋਰ ਵੀਡੀਓਕੌਨ ਦੀ ਗੱਲ, ਵੀਡੀਓਕੌਨ ਨੇ ਸਾਨੂੰ ਕਿਹਾ ਹੈਗਾ ਦੇ ਵਿਲ ਆਲਸੋ ਹੈਲਪ ਅਸ ਇਨ ਰੀਚਿੰਗ ਆਊਟ ਟੂ ਫੋਰਨ ਇਨਵੈਸਟਰਸ। ਸੋ ਕਾਫੀ ਫੋਰਨ ਇਨਵੈਸਟਮੈਂਟ ਆ ਵੀ ਰਹੀ ਹੈਗੀ ਹੈ ਸਾਡੇ ਕੋਲ ਬਾਹਰਲੀ ਕੰਪਨੀਜ਼ ਤੋਂ। ਸੋਲਰ ਦੇ ਵਿੱਚ ਸਾਡੇ ਕੋਲ ਬਹੁਤ ਅੱਛੀ ਫੋਰਨ ਇਨਵੈਸਟਮੈਂਟ ਨੇ, ਫਰੈਂਚ ਕੰਪਨੀਜ਼ ਆਈਆਂ ਨੇ, ਇਜ਼ਰਾਈਲੀ ਕੰਪਨੀਜ਼ ਆਈਆਂ ਨੇ। ਸੋ ਵੀ ਆਰ ਕੌਨਫੀਡੈਂਟ ਕਿ ਬਾਕੀ ਜਗ੍ਹਾ ਤੋਂ ਵੀ ਫੋਰਨ ਇਨਵੈਸਟਮੈਂਟ ਸਾਨੂੰ ਬਹੁਤ ਆਏਗੀ। ਡੈਲੀਗੇਸ਼ਨਸ ਫॉर ਬਹੁਤ ਕੰਟਰੀਜ਼ ਤੋਂ ਆਈਆਂ, ਸਿੰਗਾਪੁਰ ਤੋਂ ਸੀਗੇ, ਸਾਊਥ ਅਫਰੀਕਾ ਤੋਂ ਸੀ, ਜਰਮਨੀ ਤੋਂ ਸੀ। ਸੋ ਵੀ ਆਰ ਕੌਨਫੀਡੈਂਟ ਦੈਟ ਆਉਣ ਵਾਲੇ ਟਾਈਮ ਦੇ ਵਿੱਚ ਦ ਫੋਰਨ ਕੰਪਨੀਜ਼ ਵਿਲ ਆਲਸੋ ਲੁੱਕ ਟੂ ਪੰਜਾਬ ਐਜ਼ ਅ ਪ੍ਰੈਫਰਡ ਇਨਵੈਸਟਮੈਂਟ ਤੁਸੀਂ ਇਸ ਪੂਰੀ ਸਮਿਟ ਦੇ ਦੌਰਾਨ ਬਹੁਤ ਜਿਹੜੀਆਂ ਆਪਣੀਆਂ ਪਾਲਿਸੀਜ਼ ਦਾ ਜ਼ਿਕਰ ਕੀਤਾ, ਲੇਟੈਸਟ, ਚਲੋ ਬਾਕੀ ਤੇ ਜਿਹੜੀਆਂ ਵੈਟ ਰਿਟੈਂਸ਼ਨ ਔਰ ਇਹ ਸਭ ਤੋਂ ਪੁਰਾਣੀਆਂ, ਬਟ ਜਿਹੜੀ ਲੇਟੈਸਟ ਹੁਣ ਤੁਸੀਂ ਇਲੈਕਟ੍ਰਿਸਿਟੀ 4.99 ਡਿਪਟੀ ਸੀਐਮ ਨੇ ਅਨਾਊਂਸ ਕੀਤਾ, ਔਰ ਜਿਹੜੇ ਉੱਥੇ ਇਨਵੈਸਟਰ ਸੀਗੇ ਕੁਝ ਪੰਜਾਬ ਦੇ ਵਿੱਚ ਆਲਰੇਡੀ ਐਗਜ਼ਿਸਟਿੰਗ ਇੰਡਸਟਰੀਜ਼ ਹੈ, ਉਹਨਾਂ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਐਗਜ਼ਿਸਟਿੰਗ ਇੰਡਸਟਰੀ ਤੇ ਵੀ ਫੋਕਸ ਕਰਨਾ ਬੜਾ ਜ਼ਰੂਰੀ ਹੈ। ਸੋ ਐਗਜ਼ਿਸਟਿੰਗ ਇੰਡਸਟਰੀ ਨੂੰ ਤੁਸੀਂ ਕਿੱਥੇ ਰੱਖ ਰਹੇ ਹੋ, ਕਿਉਂਕਿ ਉਹ ਵੀ ਉਨੀ ਹੀ ਉਮੀਦ ਕਰਦੇ ਆ ਜਿੰਨੀ ਨਵੀਂ ਇੰਡਸਟਰੀ ਕਰ ਰਹੀ ਹੈ। Absolutely right. You see, existing industry is the most important for us because they have been here with us, they have provided jobs, they are already doing their job. So I think it is our endeavor and it is incumbent upon us to make sure ਕਿ ਅਸੀਂ ਉਹਨਾਂ ਨੂੰ ਵੀ ਸਪੋਰਟ ਕਰੀਏ, ਇਨਸੈਂਟੀਵਾਈਜ਼ ਕਰੀਏ। ਇਸੇ ਨੂੰ ਮੁੱਦੇ ਨਜ਼ਰ ਰੱਖਦੇ ਹੋਏ, ਕਿਉਂਕਿ ਸਰਕਾਰ ਪਹਿਲਾਂ ਫਿਸਕਲ ਇਨਸੈਂਟਿਵ ਪਾਲਿਸੀ ਲੈ ਕੇ ਆਈ ਫॉर ਨਿਊ ਇਨਵੈਸਟਮੈਂਟਸ, ਨਵੀਂ ਇਨਵੈਸਟਮੈਂਟਸ ਨੂੰ ਨੇ ਹੁਣ ਆਉਣਾ ਸ਼ੁਰੂ ਕਰ ਦਿੱਤਾ ਹੈਗਾ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹੈਗਾ। ਨਾਓ ਸਰਕਾਰ ਆਲਸੋ ਵਾਂਟਸ ਟੂ ਇਨਸੈਂਟੀਵਾਈਜ਼ ਦ ਐਗਜ਼ਿਸਟਿੰਗ ਇੰਡਸਟਰੀ। ਆਲਰੇਡੀ ਸਾਨੂੰ ਇਹ ਨਿਰਦੇਸ਼ ਹੋ ਚੁੱਕਿਆ ਹੈਗਾ
ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਇੱਕ ਨਵਾਂ ਪੈਕੇਜ ਇਹਨਾਂ ਲਈ ਵੀ ਲੈ ਕੇ ਆਇਆ ਜਾਵੇ ਜਿੱਥੇ ਆਪਾਂ ਐਗਜ਼ਿਸਟਿੰਗ ਇੰਡਸਟਰੀ ਨੂੰ ਸਪੋਰਟ ਕਰ ਸਕੀਏ, ਇਨਸੈਂਟੀਵਾਈਜ਼ ਕਰ ਸਕੀਏ। ਐਂਡ ਡਿਪਟੀ ਸੀਐਮ ਸਾਹਿਬ ਦੀ ਇੰਟਰੈਕਸ਼ਨ ਹੋਈ ਸੀ ਸਾਰੀ ਲੋਕਲ ਇੰਡਸਟਰੀ ਨਾਲ। ਉੱਥੇ ਫਿਰ ਇਹ ਹੋਇਆ ਕਿ ਦੇਖੋ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦ ਵੀ ਪਾਲਿਸੀ ਸਾਡੀਆਂ ਬਣਦੀਆਂ ਨੇ ਅਸੀਂ ਇੰਟਰੈਕਟਿਵ ਪ੍ਰੋਸੈਸ ਨਾਲ ਪਾਲਿਸੀਜ਼ ਬਣਾਉਂਦੇ ਹਾਂ। ਪਹਿਲੀ ਪਾਲਿਸੀ ਵੀ ਇੱਦਾਂ ਹੀ ਬਣੀ, ਹੁਣ ਵੀ ਅਸੀਂ ਜਿਹੜੀ ਨਵਾਂ ਪੈਕੇਜ ਬਣਾਵਾਂਗੇ ਵੀ ਵਿਲ ਇੰਟਰੈਕਟ ਵਿਦ ਦ ਲੋਕਲ ਇੰਡਸਟਰੀ ਐਂਡ ਮੇਕ ਦੈਟ ਪੈਕੇਜ। ਆਈ ਮਸਟ ਆਲਸੋ ਸੇ ਕਿ ਜਿਹੜਾ ਇਹ 4.99 ਵਾਲਾ ਵੀ ਹੈ, ਦਿਸ ਵਿਲ ਆਲਸੋ ਬੀ ਅਵੇਲੇਬਲ to the existing industry for the extra consumption that they make. So existing consumption ਤੋਂ ਜੋ ਵੀ ਉਹ ਹਾਇਰ ਪ੍ਰੋਡਕਟਿਵਿਟੀ ਨਾਲ ਕਰਨਗੇ ਉਹ ਉਹਨਾਂ ਨੂੰ ਵੀ ਇਹ ਅਵੇਲੇਬਲ ਹੋਏਗਾ। that is going to be part of the detailed notifications that will come. 1 ਕਰੋੜ ਤੋਂ 10 ਕਰੋੜ ਤੱਕ ਤੁਸੀਂ ਇਹ 1 ਕਰੋੜ ਤੋਂ ਤਾਂ ਜੀ ਉੱਪਰ ਜਿੰਨੀ ਵੀ ਇੰਡਸਟਰੀ ਹੈ, ਦੋ ਚੀਜ਼ਾਂ ਨੇ। ਇੱਕ ਤਾਂ ਮੈਂ ਦੱਸਿਆ ਵੀ ਇਲੈਕਟ੍ਰਿਸਿਟੀ ਹੈ, ਦੂਜਾ ਜਿਹੜਾ ਵੱਡਾ ਫੈਸਲਾ ਕੈਬਨਿਟ ਨੇ ਪਿੱਛੇ ਜੇ ਕੀਤਾ ਹੈਗਾ ਉਹ ਇਹ ਹੈਗਾ ਕਿ ਇਹ ਅਕਸਰ ਕਿਹਾ ਜਾਂਦਾ ਸੀ ਕਿ ਜਿਹੜੀ ਪੰਜਾਬ ਦੀ ਛੋਟੀ ਇੰਡਸਟਰੀ ਹੈਗੀ ਆ ਉਹ ਇੰਡਸਟਰੀਅਲ ਐਸਟੇਟਸ ਦੇ ਵਿੱਚ ਨਹੀਂ ਹੈਗੀ, ਉਹ ਇੰਡਸਟਰੀਅਲ ਜ਼ੋਨ ਦੇ ਵਿੱਚ ਹੈਗੀ ਸੀ। ਜਿਹੜੀ ਪਹਿਲਾਂ ਜਿਹੜੀ ਸਾਡੀ ਇਨਸੈਂਟਿਵ ਪਾਲਿਸੀ ਸੀ ਉਹ ਇੰਡਸਟਰੀਅਲ ਜ਼ੋਨ ਨੂੰ ਸੀ ਕਵਰ ਕਰਦੀ। ਹੁਣ ਸਰਕਾਰ ਨੇ ਕਹਿਤਾ ਕਿ 1 ਕਰੋੜ ਤੋਂ ਉੱਪਰ ਵਿੱਚ, ਦੇਖੋ 1 ਕਰੋੜ ਦਾ ਸਮੋਲੈਸਟ ਇੰਡਸਟਰੀ। ਸੋ ਜਿਹੜਾ ਕਈ ਵਾਰ ਕਿਹਾ ਜਾਂਦਾ ਕਿ ਜੀ ਇਹ ਤਾਂ ਪਾਲਿਸੀ ਵੱਡਿਆਂ ਲਈ ਨਹੀਂ ਹੈ, ਸਾਰਿਆਂ ਲਈ ਹੈ। 1 ਕਰੋੜ ਔਨਵਰਡਸ ਵੀ ਕਵਰ ਐਵਰੀਬਡੀ। ਸੋ 1 ਕਰੋੜ ਔਨਵਰਡਸ ਜੇ ਤੁਸੀਂ ਹੁਣ ਇਹ ਕਹਿਤਾ ਵੀ ਜੇ 1 ਕਰੋੜ ਤੋਂ 10 ਕਰੋੜ ਤੱਕ ਦੀ ਤੁਹਾਡੀ ਲਾਗਤ ਹੈਗੀ ਹੈ ਔਰ ਜੇ ਤੁਸੀਂ ਇੰਡਸਟਰੀਅਲ ਜ਼ੋਨ ਦੇ ਵਿੱਚ ਵੀ ਹੋ, even then this incentives are going to be available. This is a huge relief। ਔਰ ਮੈਨੂੰ ਗੋਬਿੰਦਗੜ੍ਹ ਦੀ ਇੰਡਸਟਰੀ ਖਾਸ ਤੌਰ ਤੇ ਐਸੀ ਦਿਸ that this is certainly going to help them a lot। ਚਲੋ ਓਵਰਆਲ ਜੋ ਵੀ ਤੁਸੀਂ ਮਿਹਨਤ ਪਿਛਲੇ 2 ਸਾਲਾਂ 'ਚ ਕੀਤੀ ਹੈ ਜਾਂ ਅੱਜ ਤੁਸੀਂ ਜਿਸ ਸਕਸੈਸ ਦਾ ਜ਼ਿਕਰ ਕਰ ਰਹੇ ਹੋ 2015 ਦੀ ਸਮਿਟ ਦਾ ਜਾਂ 2013 ਦੇ ਵਿੱਚ ਜੋ ਵਾਅਦੇ ਹੋਏ ਸੀਗੇ, ਇਸ ਸਭ ਦੇ ਵਿੱਚ ਇਨਵੈਸਟ ਪੰਜਾਬ ਦਾ ਕੀ ਰੋਲ ਹੈ? ਬਿਕੋਜ਼ ਤੁਹਾਡਾ ਜ਼ਿਕਰ ਵਾਰ-ਵਾਰ ਹੁੰਦਾ ਹੈ ਇਨਵੈਸਟ ਪੰਜਾਬ, ਤੁਸੀਂ 1 ਆਫਿਸ 1 ਈਮੇਲ 1 ਪਰਸਨ 1 ਟੈਲੀਫੋਨ ਨੰਬਰ। ਸੋ ਇਹ ਕਨਸੈਪਟ ਕਿਸ ਤਰੀਕੇ ਨਾਲ ਸਾਹਮਣੇ ਆਇਆ ਔਰ ਇਸ ਦਾ ਕਿੰਨਾ ਯੋਗਦਾਨ ਜੋ ਅੱਜ ਦੀ ਡੇਟ ਤੱਕ ਜਿੱਥੇ ਤੁਸੀਂ ਬੈਠੇ ਇਸ ਦੇ ਵਿੱਚ ਰਿਹਾ? ਦੇਖੋ ਡਿਪਟੀ ਸੀਐਮ ਸਾਹਿਬ ਕਈ ਵਾਰ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਨੇ ਕਿ ਹੀ ਥਾਟ ਅਬਾਊਟ ਦਿਸ ਆਈਡੀਆ ਕਿ ਜਿਹੜੀਆਂ ਪਾਵਰਸ ਡਿਫਰੈਂਟ ਡਿਪਾਰਟਮੈਂਟਸ ਕੋਲ ਨੇ, ਵਾਈ ਕਾਂਟ ਦੇ ਬੀ ਐਕਸਰਸਾਈਜ਼ਡ ਬਾਈ 1 ਆਫਿਸਰ। ਸੋ ਉਸ ਆਈਡੀਆ ਨੂੰ ਫਿਰ ਕਨਸੈਪਚੁਅਲਾਈਜ਼ ਕਰਦੇ ਹੋਏ, ਇੰਪਲੀਮੈਂਟ ਕਰਦੇ ਹੋਏ ਇਨਵੈਸਟ ਪੰਜਾਬ ਬਣਿਆ, ਜਿੱਥੇ 23 ਡਿਪਾਰਟਮੈਂਟਸ, ਰੈਗੂਲੇਟਰੀ ਡਿਪਾਰਟਮੈਂਟਸ ਨੇ, ਕੁਝ ਇਨਸੈਂਟਿਵਸ ਦੇਣ ਵਾਲੇ ਡਿਪਾਰਟਮੈਂਟਸ ਨੇ, ਕੁਝ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਨੇ, ਸਾਰੀ 23 ਡਿਪਾਰਟਮੈਂਟਸ ਦੀ ਪਾਵਰਸ ਡੈਲੀਗੇਟ ਕਰ ਦਿੱਤੀਆਂ ਇੱਕ ਆਫਿਸ ਦੇ ਵਿੱਚ। ਸੋ ਇਹ ਜਿਹੜਾ ਇਨਵੈਸਟ ਪੰਜਾਬ ਆਫਿਸ ਹੈਗਾ, ਦੈਟ ਹੈਜ਼ ਪਲੇਡ ਅ ਕਰੂਸ਼ੀਅਲ ਰੋਲ in projecting Punjab as the easiest place to set up a business। ਪਿੱਛੇ ਜਿਹੜੀ ਵਰਲਡ ਬੈਂਕ ਦੀ ਰੈਂਕਿੰਗਸ ਵੀ ਹੋਈਆਂ ਉਹਦੇ ਵਿੱਚ ਵੀ ਸਾਨੂੰ ਨੰਬਰ 1 ਮੰਨਿਆ ਗਿਆ ਹੈਗਾ। ਇਨਫੈਕਟ ਅਗਲੇ ਹਫਤੇ ਸਾਨੂੰ ਮੈਸੇਜ ਆਇਆ ਹੈਗਾ ਚੀਫ ਸੈਕਟਰੀ ਸਾਹਿਬ ਨੂੰ ਕਿ ਪਾਰਲੀਮੈਂਟਰੀ ਕਮੇਟੀ ਵਾਂਟਸ ਟੂ ਅੰਡਰਸਟੈਂਡ ਦਿਸ ਮਾਡਲ ਫਰੋਮ ਅਸ ਬਿਕੋਜ਼ ਦੇ ਵਾਂਟ ਟੂ ਸੀ ਹਾਊ ਦਿਸ ਮਾਡਲ ਕੈਨ ਬੀ ਰੈਪਲੀਕੇਟਿਡ in all other states। I'm not sure ਅਗਰ ਉਹ ਪੂਰੇ ਭਾਰਤ ਲਈ ਵੀ ਇਸ ਮਾਡਲ ਨੂੰ ਸੋਚਣ ਬਾਰੇ ਵਿਚਾਰ ਕਰ ਰਹੇ ਨੇ, but this is a model which has now been tested and successfully implemented for the last 2 years। And as I said, we have been able to attract new investment। ਔਰ ਬਤੌਰ CEO ਤੁਹਾਡੇ ਤੇ 23 ਡਿਪਾਰਟਮੈਂਟਸ ਦਾ ਬੋਝ ਹੈ, ਉਸ ਨੂੰ ਤੁਸੀਂ ਕਿਵੇਂ ਚੱਲਦੇ ਹੋ? Well, I can only say that one, I have had ਮੈਨੂੰ ਗਾਈਡੈਂਸ ਰਹੀ ਹੈ ਫਰੋਮ ਦ ਲੀਡਰਸ਼ਿਪ, ਦ ਚੀਫ ਮਿਨਿਸਟਰ, ਦ ਡਿਪਟੀ ਚੀਫ ਮਿਨਿਸਟਰ, ਮਾਈ ਚੀਫ ਸੈਕਟਰੀ ਐਂਡ ਦ ਇੰਡਸਟਰੀਜ਼ ਮਿਨਿਸਟਰ, ਐਂਡ ਆਫ ਕੋਰਸ ਆਈ ਹੈਵ ਅ ਵੰਡਰਫੁਲ ਟੀਮ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਰਾ ਟੀਮ ਵਰਕ ਹੈਗਾ। ਇਨਵੈਸਟ ਪੰਜਾਬ ਦੀ ਜਿਹੜੀ ਟੀਮ ਹੈ ਉਹ ਸਾਰੇ ਡਿਪਾਰਟਮੈਂਟਸ ਤੋਂ ਟੀਮ ਹੈ ਔਰ ਇਹ ਟੀਮ ਇਜ਼ ਵਨ ਆਫ ਦ ਬੈਸਟ ਟੀਮਸ ਦੈਟ ਆਈ ਹੈਵ ਵਰਕਡ ਵਿਦ ਇਨ ਦ ਲਾਸਟ 25 ਈਅਰਸ। ਮੇਰੀ 25 ਸਾਲ ਦੀ ਨੌਕਰੀ ਹੋ ਗਈ ਹੈ, ਮੈਂ ਐਸੀ ਟੀਮ ਨਾਲ ਕਦੇ ਕੰਮ ਨਹੀਂ ਕੀਤਾ ਵਿਚ ਇਜ਼ ਸੋ ਕਮਿਟਡ, so sincere। So I am fortunate that I am leading this team, but then the team has to be brilliant। Leader only gets to get the accolades। Yeah। ਓਵਰਆਲ ਸਮਿਟ ਸਮਾਪਤੀ ਤੋਂ ਬਾਅਦ ਇੱਕ ਲੰਬੀ ਚੌੜੀ ਫਿਗਰ ਜਿਸ ਦਾ ਆਪਾਂ ਬਿਲਕੁਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਜ਼ਿਕਰ ਕਰ ਰਹੇ ਹਾਂ, ਚੁਣੌਤੀ ਕਿੰਨੀ ਵੱਡੀ ਹੈ ਅਗਲੇ ਦਿਨਾਂ ਦੇ ਵਿੱਚ? ਕੀ ਇੱਕ ਫਿਗਰ ਤੁਸੀਂ ਪਬਲਿਕ ਦੇ ਸਾਹਮਣੇ ਰੱਖਤੀ, ਇਹ ਸਭ ਕੁਝ ਅਚੀਵ ਹੋ ਗਿਆ? ਬਿਲਕੁਲ ਨਹੀਂ ਜੀ। ਦ ਚੈਲੰਜ ਇਜ਼ ਬਿਗਰ ਨਾਓ ਐਂਡ ਯੂ ਵੋਂਟ ਬਿਲੀਵ ਇਟ। ਸ਼ਾਇਦ ਮੇਰੇ ਲਈ ਇਹ, ਪਰ ਮੈਂ ਸ਼ੇਅਰ ਜ਼ਰੂਰ ਕਰਾਂਗਾ ਕਿ ਦ ਵਰਕ began even yesterday to get implemented these MOUs। and if I may share with you that on Monday, ਅੱਜ ਆਪਾਂ ਗੱਲ ਕਰ ਰਹੇ ਹਾਂ, ਮੰਡੇ ਨੂੰ
ਪਹਿਲਾ ਜਿਹੜਾ ਇੱਕ MOU ਸੀਗਾ HDFC ਬੈਂਕ ਨੇ ਸਾਡੇ ਨਾਲ ਸਾਈਨ ਕੀਤਾ ਹੈਗਾ, ਉਹਦੀ ਸ਼ੁਰੂਆਤ ਔਰ ਉਹਦੀ ਇੰਪਲੀਮੈਂਟੇਸ਼ਨ ਦੀ ਸ਼ੁਰੂਆਤ ਮੰਡੇ ਤੋਂ ਸ਼ੁਰੂ ਹੋ ਰਹੀ ਹੈ। ਆਈ ਐਮ ਜੁਆਇਨਿੰਗ them in a function where they will start implementing that MOU. Similarly, Tuesday ਨੂੰ ਸਾਡੇ ਕੋਲ ਸਵੀਡਨ ਦੀ ਡੈਲੀਗੇਸ਼ਨ ਆ ਰਹੀ ਹੈ ਜੀ ਟੂ ਡਿਸਕਸ ਵਿਦ ਅਸ ਕਿ ਰੀਨਿਊਏਬਲ એનર્ਜੀ ਦੇ ਵਿੱਚ ਉਹ ਕਿੱਦਾਂ ਸਾਡੇ ਨਾਲ ਪਾਰਟਿਸਿਪੇਟ ਕਰ ਸਕਦੇ ਨੇ। ਸੋ ਸਾਡਾ ਕੰਮ ਖਤਮ ਨਹੀਂ ਹੋ ਗਿਆ। 5 ਤਰੀਕ ਨੂੰ ਸਾਡੇ ਕੋਲ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਆ ਰਹੀ ਹੈਗੀ ਹੈ ਟੂ ਸਾਈਨ MOU ਵਿਦ ਅਸ to see how they can help us in also modifying some of our existing processes ਤਾਂ ਕਿ ਅਸੀਂ ਉਹਨੂੰ ਹੋਰ better ਕਰ ਸਕੀਏ, citizen friendly ਕਰ ਸਕੀਏ। So the process is on. We have already started making plans. I had a meeting today also with my team ਕਿ how do we process from now, because ਸਾਡੀ ਤਾਂ ਜੀ ਰਿਵਿਊ ਹਰ 2 ਹਫ਼ਤੇ ਬਾਅਦ ਹੁੰਦੀ ਹੈ ਡਿਪਟੀ CM ਸਾਹਿਬ ਕੋਲ ਕਿ ਕੀ ਪ੍ਰੋਗਰੈਸ ਹੋਈ ਹੈਗੀ ਹੈ। So we have to be ready with the figures, we have to be ready with the progress at a very short notice, and we have now devised a system. ਅਸੀਂ ਇੱਕ ਸਿਸਟਮ ਬਣਾ ਲਿਆ ਹੈਗਾ ਕਿ ਇਹਨੂੰ ਕਿਸ ਤਰ੍ਹਾਂ ਜਿਹੜੇ ਇੰਨੇ ਜਿਹੜੀ ਚੈਲੰਜ ਹੈ ਇਹਨੂੰ how do we pursue it, how do we tackle it, because unless you build systems, because I always believe ਕਿ systems create ਕਰਨੇ ਚਾਹੀਦੇ ਨੇ, institutions create ਕਰਨੀ ਚਾਹੀਦੀਆਂ ਨੇ, because only then systems survive, institutions survive Exactly. beyond individuals ਮੈਂ ਨਹੀਂ ਰੱਖਦੇ, ਸਿਸਟਮਸ ਔਰ ਇੰਸਟੀਟਿਊਸ਼ਨਸ ਮੈਂ ਨਹੀਂ ਰੱਖਦੀਆਂ ਨੇ। ਔਰ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਚੁਣੌਤੀ ਹੋਰ ਬਹੁਤ ਵੱਡੀ ਹੋ ਗਈ ਹੈ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇਸ ਮੁੱਦੇ ਤੇ ਵਿਸਤਾਰ ਨਾਲ ਗੱਲਬਾਤ ਕਰਨ ਦੇ ਲਈ। ਤੇ ਅਨਿਰੁੱਧ ਤਿਵਾਰੀ CEO ਇਨਵੈਸਟ ਪੰਜਾਬ, ਓਵਰਆਲ ਸਮਿਟ ਦਾ ਸਾਰ ਇਹਨਾਂ ਨੇ ਦੱਸਿਆ, ਕਿਉਂਕਿ ਇਹਨਾਂ ਦੇ ਹੱਥ 'ਚੋਂ ਹੋ ਕੇ ਹਰ ਫਾਈਲ ਲੰਘੀ ਹੈ ਔਰ ਇਹਨਾਂ ਦੇ ਜ਼ਰੀਏ ਹੀ ਇਹ ਸਾਰਾ ਜਿਹੜਾ ਹੈ ਤਿਆਰ ਕੀਤਾ ਗਿਆ ਸੀ। ਇਸ ਦੀ ਰੂਪਰੇਖਾ ਸਾਰੀ ਤਿਆਰ ਕੀਤੀ ਗਈ ਸੀ। ਇਸ ਦੇ ਪਿੱਛੇ 2 ਸਾਲ 3 ਸਾਲ 4 ਸਾਲ ਦੀ ਐਕਸਰਸਾਈਜ਼ ਹੈ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਵੱਡੀ ਜ਼ਿੰਮੇਵਾਰੀ ਇਸ ਚੀਜ਼ ਦੀ ਹੈ ਕਿ ਇਸ ਚੀਜ਼ ਨੂੰ ਗਰਾਊਂਡ ਰਿਐਲਿਟੀ ਦੇ ਵਿੱਚ ਕਿਵੇਂ ਤਬਦੀਲ ਕਰਨਾ ਹੈ, ਯਥਾਰਥ ਦੇ ਵਿੱਚ ਇਸ ਨੂੰ ਕਿਵੇਂ ਲਾਗੂ ਕਰਨਾ ਹੈ ਤਾਂ ਕਿ ਉਸ ਇੰਡਸਟਰੀ ਦੇ ਨਾਲ ਪੰਜਾਬ ਦੀ ਇਕਨੋਮੀ, ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਬੂਮ ਮਿਲੇ। ਅਗਲੇ ਦਿਨਾਂ ਦੇ ਵਿੱਚ ਅਸੀਂ ਵੀ ਇਸ ਤੇ ਜ਼ਰੂਰ ਆਪਣੀ ਨਜ਼ਰ ਰੱਖਾਂਗੇ ਔਰ ਫਿਰ ਦੁਬਾਰਾ ਮੌਕਾ ਮਿਲਿਆ ਤਾਂ ਇਹਨਾਂ ਤੋਂ ਇਸ ਚੀਜ਼ ਦਾ ਹਿਸਾਬ ਵੀ ਜ਼ਰੂਰ ਲਵਾਂਗੇ। ਸੋ ਅੱਜ ਦੀ ਇਸ ਮੁਲਾਕਾਤ ਨੂੰ, ਅੱਜ ਦੀ ਇਸ ਇੰਟਰਵਿਊ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ। ਹੋਰ ਖਬਰਾਂ ਲਈ PTC ਨਿਊਜ਼ ਦੇ ਨਾਲ ਜੁੜੇ ਰਹੋ।